पंज आबां जिन्नी लैके स्याही पंजाबी लिखदा कुल जमीन ते ऊड़ा ऐड़ा उड़ा दे अंबरी ए मुड़ बरसन फुल जमीन ते। सत श्री अकाल, स्वागत है सारिਆਂ ਦਾ सफलता ਦੇ रुख ਵਿੱਚ। मैं ਹਾਂ ਜੀ ਤੁਹਾਡਾ ਪੰਜਾਬੀ ਮਾਸਟਰ ਗੁਰਮਨ ਸੰਧੂ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਆ ਸਾਰੇ बेहतरीन ਹੋਵਾਂਗੇ। ਬੜੀਆਂ ਸੋਹਣੀਆਂ ਕਲਾਸਾਂ ਜਾ ਰਹੀਆਂ ਨੇ, ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਆਪਾਂ ਪੜ ਚੁੱਕੇ ਆ ਆਪਣੇ ਵਿਰਸੇ ਬਾਰੇ। ਤਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਜਿਹੜਾ ਵਿਰਸਾ ਉਹ ਅਲੋਪ ਹੋ ਰਿਹਾ ਹੈ, ਕਿਉਂਕਿ ਪੰਜਾਬ ਦੇ ਬਹੁਤ ਵਿਦਿਆਰਥੀ ਨੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਇਹ ਵਿਰਸਾ ਹਮੇਸ਼ਾ ਦੇ ਲਈ ਵਸ ਚੁੱਕਿਆ। ਨੰਬਰ ਤਾਂ ਉਹਨਾਂ ਨੂੰ ਮਿਲਣਗੇ ਹੀ ਮਿਲਣਗੇ। ਜੇ ਉਹ ਚਾਰ ਬੰਦਿਆਂ ਦੇ ਵਿੱਚ ਕਿਤੇ ਬਹਿ ਜਾਣਗੇ ਤਾਂ ਉਹ ਆਪਣੇ ਵਿਰਸੇ ਬਾਰੇ ਇੱਕ ਚੰਗੀਆਂ ਸੋਹਣੀਆਂ ਡੂੰਘੀਆਂ ਗੱਲਾਂ ਕਰ ਸਕਦੇ ਨੇ। ਉਹਨਾਂ ਨੂੰ ਪਤਾ ਹੋਏਗਾ ਵੀ ਕੱਲੀ ਕੱਲੀ ਚੀਜ਼ ਦੇ ਵਿੱਚ ਕਿਹੜੀ ਕਿਹੜੀ ਚੀਜ਼ ਵਰਤੀ ਜਾਂਦੀ ਸੀ ਤਾਂ ਇਹਨਾਂ ਦੀ ਕੀ ਮਹੱਤਤਾ ਹੁੰਦੀ ਸੀ, ਇਹ ਕਿਵੇਂ ਸਮੇਂ ਦੇ ਨਾਲ ਆਪਣਾ ਵਕਤ ਗਵਾ ਚੁੱਕੀਆਂ ਨੇ। ਆਪਾਂ ਜਾਣਦੇ ਹਾਂ ਵੀ ਮਸ਼ੀਨੀਕਰਨ ਨੇ ਸਾਰਾ ਨਾਸ ਮਾਰਿਆ। ਉਹੀ ਗੱਲਾਂ ਹੋਰ ਨੇ, ਬਹੁਤ ਸੋਹਣੀਆਂ ਨੇ, ਡੀਪ ਗੱਲਾਂ ਨੇ ਜਿਹੜੀਆਂ ਆਪਾਂ ਪੜ੍ਹਨੀਆਂ ਨੇ। ਤਾਂ ਤੰਗਲੀ ਚਾਰ ਸੁੱਤਾ ਕੀ ਹੁੰਦਾ ਸੀ, ਬੋਹਲ ਬਣਾਉਣੇ ਕੀ ਹੁੰਦਾ ਸੀ, ਛੱਜ ਛੱਜਲੀ ਦੋ ਵੱਖਰੀਆਂ ਚੀਜ਼ਾਂ ਨੇ, ਆਵਤ ਪਾਉਣੀ ਤੇ ਤਿੰਗੜ ਕੀ ਹੁੰਦੀਆਂ ਨੇ। ਇਹ ਸਾਰੀਆਂ ਗੱਲਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ। ਇਹਨਾਂ ਤੋਂ ਬਿਨਾ ਖੇਤੀਬਾੜੀ ਦਾ ਸੁਪਨਾ ਵੀ ਨਹੀਂ ਸੀ ਲਿਆ ਜਾ ਸਕਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਜ ਵੀ ਘਰਾਂ ਦੇ ਵਿੱਚ ਮਿਲਦੀਆਂ ਨੇ, ਪਈਆਂ ਹੋਈਆਂ ਨੇ। ਮਸ਼ੀਨੀਕਰਨ ਨੇ ਇਹਨਾਂ ਦਾ ਨਾਸ ਹਜੇ ਨਹੀਂ ਮਾਰਿਆ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਅਲੋਪ ਹੋ ਜਾਣ। ਤਾਂ ਤੰਗਲੀ, ਚਾਰ ਸੂਤਾ ਤੇ ਸਲਗ ਤੇ ਜੱਟ, ਚਾਰ ਚੀਜ਼ਾਂ ਬਾਰੇ ਆਪਾਂ ਪੜਾਂਗੇ ਤੇ ਚਾਰ ਚੀਜ਼ਾਂ ਦੀ ਹੀ ਇੱਥੇ ਆਪਾਂ ਤਸਵੀਰ ਵੇਖ ਰਹੇ ਹਾਂ। ਤਾਂ ਚਾਰੇ ਚੀਜ਼ਾਂ ਦੇ ਵੱਖਰੇ ਵੱਖਰੇ ਨਾਮ ਨੇ। ਹੌਲੀ ਹੌਲੀ ਆਪਾਂ ਸਾਰੀ ਗੱਲ ਵੇਖ ਲੈਣੀ ਆ ਵੀ ਇਹਨਾਂ ਦੀ ਬਣਤਰ ਕਿਵੇਂ ਹੁੰਦੀ ਆ, ਕਿਉਂ ਇਹਨਾਂ ਦੀ ਲੋੜ ਸੀ, ਕਿਵੇਂ ਇਹ ਆਪਣਾ ਵਕਤ ਗਵਾ ਗਈਆਂ। ਤਾਂ ਪੜੀਏ ਜੀ। ਤੰਗਲੀ, ਚਾਰ ਸੁੱਤਾ ਤੇ ਸਲਗ ਤੇ ਜੱਟ ਖੇਤੀ ਸੰਦ ਹਨ। ਜਾਣਦੇ ਹਾਂ ਅਸੀਂ ਇਹ ਖੇਤੀ ਸੰਦ ਕਣਕ, ਛੋਲੇ, ਜੌਂ, ਸਰੋਂ, ਤਾਰਾ ਮੀਰਾ, ਮੋਠ, ਮੂੰਗੀ, ਮਾਂ ਆਦਿ ਫਸਲਾਂ ਦੇ ਦਾਣੇ ਕੱਢਣ ਸਮੇਂ ਕੰਮ ਆਉਂਦੇ ਸਨ। ਤਾਂ ਹੁਣ ਪਤਾ ਲੱਗ ਗਿਆ, ਪਿਛਲੀਆਂ ਜਮਾਤਾਂ ਦੇ ਵਿੱਚ ਅਸੀਂ ਪੜ੍ਹ ਕੇ ਆਏ ਵੀ ਇੱਕ ਫਲੇ ਦੇ ਨਾਲ ਕੀ ਕੱਢੀ ਜਾਂਦੀ ਆ, ਫਸਲ ਚੋਂ ਦਾਣੇ ਕੱਢੇ ਜਾਂਦੇ ਆ। ਤਾਂ ਇਹ ਵੀ ਜਿਹੜੀ ਚੀਜ਼ ਆ ਦਾਣੇ ਕੱਢਣ ਦੇ ਨਾਲ ਸੰਬੰਧਿਤ ਆ, ਹੋਰ ਵੀ ਚੀਜ਼ਾਂ ਦੇ ਲਈ ਇਹ ਵਰਤੀ ਜਾਂਦੀ ਆ। ਪਰ ਇੱਥੇ ਜਿਹੜੀ ਮੇਨ ਗੱਲ ਆ ਉਹ ਇਹਨਾਂ ਦੇ ਵਿੱਚੋਂ ਦਾਣੇ ਕੱਢਣ ਦੀ ਗੱਲ ਆ। ਅੱਛਾ, ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਮੈਨੂੰ ਦੱਸੋ ਵੀ ਤਾਰਾ ਮੀਰਾ ਕੀ ਹੁੰਦਾ। ਕਦੀ ਅਸੀਂ ਸੁਣਿਆ ਤਾਰਾ ਮੀਰਾ ਕੀ ਹੁੰਦਾ? ਤਾਂ ਜੇ ਸੁਣਿਆ ਤਾਂ ਦੱਸਾਂਗੇ। ਸਲਗ ਨੂੰ ਕਈ ਇਲਾਕਿਆਂ ਵਿੱਚ ਦੋ ਸੁੱਤਾ ਵੀ ਕਹਿੰਦੇ ਸਨ। ਤੰਗਲੀ ਵਿੱਚ 7 ਸੁੱਤਾਂ ਹੁੰਦੀਆਂ ਸਨ। ਚਾਰ ਸੁੱਤੇ ਦੇ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਸ ਵਿੱਚ 4 ਸੁੱਤਾਂ ਹੁੰਦੀਆਂ ਸਨ। ਸਲਗ ਵਿੱਚ 2 ਸੁੱਤਾਂ ਹੁੰਦੀਆਂ ਸਨ। ਇਸੇ ਤਰ੍ਹਾਂ ਜੱਟ ਵਿੱਚ ਵੀ 2 ਸੁੱਤਾਂ ਹੁੰਦੀਆਂ ਸਨ। ਲਓ ਵੀ, ਇੱਕ ਤਾਂ ਸਾਡੇ ਕੋਲ ਆ ਗਈ ਸਲਗ, ਠੀਕ ਹੈ, ਤੇ ਆ 3-7 ਵਾਲੀ ਆ ਗਈ ਤੰਗਲੀ, ਆ ਗਿਆ 4 ਸੁੱਤਾ। ਤਾਂ ਸੁੱਤਾਂ ਕੀ ਰਹੇ ਆ ਜਿਹੜੇ ਤੁਹਾਨੂੰ ਦੰਦੇ ਜੇ ਦਿਖ ਰਹੇ ਆ ਨਾ ਇਦਾਂ ਕਰਕੇ, ਇਹ ਕੱਲੀ ਕੱਲੀ ਨੂੰ ਕੀ ਕਿਹਾ ਜਾਂਦਾ? ਸੁੱਤ ਕਿਹਾ ਜਾਂਦਾ। ਤਾਂ ਆ ਵੀ ਸਾਨੂੰ ਦੇਖ ਰਿਹਾ, ਇਹਦੇ ਚੋਂ ਆਪਾਂ ਇਹਨੂੰ ਕਹਿ ਦਾਂਗੇ ਵੀ ਇਹ ਜੱਟ ਹੈ ਭਾਈ ਜਿਹਦੀਆਂ 2 ਸੁੱਤਾਂ ਹੁੰਦੀਆਂ ਨੇ। ਇਹ ਕਾਹਦੀਆਂ ਬਣਦੀਆਂ ਨੇ, ਕਿਵੇਂ ਬਣਦੀਆਂ ਨੇ ਆਪਾਂ ਵੇਖਾਂਗੇ ਅੱਗੇ। ਤੰਗਲੀ ਤੇ 4 ਸੁੱਤੇ ਦੀਆਂ 7 ਸੁੱਤਾਂ ਬਣਾਉਣ ਲਈ ਫੁੱਟ ਕੁ ਲੰਮੀ ਤੇ 1.5 ਇੰਚ ਚੌੜੀ ਲੋਹੇ ਦੀ ਪੱਤੀ ਲਈ ਜਾਂਦੀ ਸੀ। ਤਾਂ ਸੁੱਤਾਂ ਕਿਵੇਂ ਬਣਦੀਆਂ ਸੀ ਤੰਗਲੀ ਦੀਆਂ? ਤਾਂ 1.5 ਫੁੱਟ ਦੀ ਲੰਮੀ ਚਾਦਰ ਲਈ ਜਾਂਦੀ ਸੀ, ਲੋਹੇ ਦੀ ਪੱਤੀ ਲਈ ਜਾਂਦੀ ਸੀ। ਇਸ ਪੱਤੀ ਦੇ ਇੱਕ ਸਿਰੇ ਦੇ 4 ਇੰਚ ਹੇਠਲੇ ਹਿੱਸੇ ਨੂੰ ਇਸ ਤਰ੍ਹਾਂ ਟੇਪਰ ਕੀਤਾ ਜਾਂਦਾ ਸੀ ਕਿ ਹੇਠਾਂ ਜਾ ਕੇ ਇਸ ਪੱਤੀ ਦਾ ਆਕਾਰ ਇੰਚ ਦਾ 3 ਹਿੱਸਾ ਰਹਿ ਜਾਂਦਾ ਸੀ। ਫਿਰ ਇਸ ਪੱਤੀ ਦੇ ਚੌੜੇ ਸਿਰੇ ਨੂੰ ਗੁਲਾਈ ਦੇਣੀ ਸ਼ੁਰੂ ਕੀਤੀ ਜਾਂਦੀ ਸੀ। ਤਾਂ ਕਹਿਣ ਦਾ ਮਤਲਬ ਕੀ ਹੋਇਆ ਵੀ ਇਦਾਂ ਕਰਕੇ ਇੱਕ ਪੱਤੀ ਲੈ ਲਈ ਜਾਂਦੀ ਸੀ, ਇਦਾਂ ਕਰਕੇ, ਠੀਕ ਹੈ, ਤੇ ਇਹਨੂੰ ਇਸ ਤਰੀਕੇ ਨਾਲ ਅੰਦਰ ਨੂੰ ਮੋੜਿਆ ਜਾਂਦਾ ਸੀ। ਇਦਾਂ ਕਰਕੇ ਜੇ ਆਹ ਚੀਜ਼ ਹੈ ਤਾਂ ਇਹਨੂੰ ਇਦਾਂ ਕਰਕੇ ਐਵੇਂ ਮੋੜਿਆ ਜਾਂਦਾ ਸੀ ਤਾਂ ਜੋ ਇਹ ਆਪਣਾ ਆਕਾਰ ਥੱਲੇ ਜਾ ਕੇ ਪਤਲਾ ਲੈ ਲੇ। ਤਾਂ ਆਹ ਜਿਹੜੀ ਸ਼ੇਪ ਆ ਉਹ ਆਹ ਸ਼ੇਪ ਬਣ ਜੂਗੀ, ਆਹ ਵਾਲੀ। ਕਲੀਅਰ ਹੋਈ ਗੱਲ? ਇਸ ਤਰੀਕੇ ਨਾਲ ਅੰਦਰ ਨੂੰ ਮੋੜਿਆ ਜਾਂਦਾ ਸੀ ਵੀ ਇਹਦੀ ਥੱਲੇ ਜਾ ਕੇ ਸ਼ੇਪ ਤਿੱਖੀ ਬਣ ਜਾਵੇ, ਛੋਟੀ ਬਣ ਜਾਵੇ। ਤਾਂ ਇਹ ਤਾਂ ਸੁੱਤਾਂ ਬਣਾਉਣ ਦਾ ਤਰੀਕਾ ਹੈ। ਜਿਉਂ-ਜਿਉਂ ਉੱਪਰੋਂ ਹੇਠਾਂ ਨੂੰ ਆਉਂਦੀ ਸੀ ਇਹ ਗੁਲਾਈ ਵੱਧਦੀ ਜਾਂਦੀ ਸੀ। ਹੇਠਾਂ ਆ ਕੇ ਇਸ ਪੱਤੀ ਨੂੰ ਬਿਲਕੁਲ ਗੋਲ ਕਰ ਦਿੱਤਾ ਜਾਂਦਾ ਸੀ। ਇਸ ਦੀ ਤਿੱਖੀ ਨੋਕ ਬਣ ਜਾਂਦੀ ਸੀ। ਉਹੀ ਗੱਲ ਆਪਾਂ ਵੇਖ ਚੁੱਕੇ ਆ ਵੀ ਆ ਜਿਹੜੀ ਆ ਵੀ ਐ ਤਿੱਖੀ ਬਿਲਕੁਲ ਨੋਕ ਬਣ ਜਾਂਦੀ ਸੀ। ਆ ਜੇ ਆਪਾਂ ਪੱਤੀ ਦੇਖੀ ਆ ਤਾਂ ਇਹਨੂੰ ਅੰਦਰ ਨੂੰ ਫੋਲਡ ਕੀਤਾ ਜਾਂਦਾ ਸੀ। ਇੱਥੋਂ ਘੱਟ ਫੋਲਡ ਕੀਤੀ ਜਾਂਦੀ ਸੀ, ਇੱਥੇ ਆ ਕੇ ਜ਼ਿਆਦਾ ਫੋਲਡ ਕਰ ਦਿੱਤੀ ਜਾਂਦੀ ਸੀ। ਜੇ ਇੱਥੇ ਕਾਗਜ਼ ਹੁੰਦਾ ਤਾਂ ਮੈਂ ਤੁਹਾਨੂੰ ਦਿਖਾਉਂਦਾ ਵੀ ਇਹ ਅਸਲ ਦੇ ਵਿੱਚ ਕੀ ਗੱਲ ਚੱਲ ਰਹੀ ਹੈ। ਲਓ ਵੀ ਕਾਗਜ਼ ਵੀ ਆਪਾਂ ਲੱਭ ਗਿਆ ਤਾਂ ਆਪਾਂ ਵੇਖਦੇ ਹਾਂ, ਥੋੜਾ ਜਿਹਾ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਆ ਦੇਖੋ, ਆ ਚੀਜ਼ ਗੱਲ ਕੀਤੀ ਜਾ ਰਹੀ ਆ ਵੀ ਇੱਥੇ ਆ ਜਿਹੜੀ ਆ ਪੱਤੀ ਲਈ ਹੋਈ ਆ, ਇਹਨੂੰ ਜਿੰਨਾ ਮੈਂ ਮੋੜੀ ਜਾਊਂਗਾ ਇਹਦੀ ਕੀ ਬਣ ਜਾਏਗੀ? ਸੁੱਤ ਬਣ ਜਾਏਗੀ। ਤਾਂ ਉਹ ਕਹਿੰਦੇ ਵੀ ਥੱਲੇ ਆ ਕੇ ਇਹਨੂੰ ਜ਼ਿਆਦਾ ਮੋੜਿਆ ਜਾਂਦਾ ਸੀਗਾ ਤਾਂ ਇਹਦੀ ਤਿੱਖੀ ਨੋਕ ਬਣ ਜਾਂਦੀ ਹੁੰਦੀ ਸੀ। ਆਹ ਵੇਖ ਲਓ ਬਾਈ, ਇੱਥੇ ਤਿੱਖੀ ਨੋਕ
बनी हुई आ। इस तरीके नाल इत्थों घट खोली हुई आ, 3 इंच की पत्ती आ, इत्थों वध घट खोलते थले ज्यादा गोल कीती है, थले तिखी नोक बन जानी आ। ये तां सुत्तां बनाउण दा तरीका है। क्लीयर होई गल। सब तो ज्यादा औखा सवाल ही इहदे विचों बनना सी। इस दी तिखी नोक बन जाती सी, इस तरह एक सुत्त बनती सी। ਜਿਹੜੀ तंगली दे लक्कड़ दीयां सुत्तां लगियां हुंदियां सन, उन्हां दी बनतर भी लोहे दीयां सुत्तां अनुसार ही बनाई जाती सी। कहण दा मतलब इत्थे ये होया भी जिहड़ी तंगली आ ओहदियां ਜਿਹੜੀਆਂ सुत्तां हुंदियां ने, ਉਹਦੇ ਜਿਹੜੇ ਆ दंदे लगे हुंदे ने, ਉਹ लोहे दे भी हुंदे ने, ਉਹ ਲੱਕੜ ਦੇ भी हुंदे ने। क्लीयर। ਤਾਂ ਸਲਗ ਅਤੇ ਜੱਟ ਦੀਆਂ 2 ਸੁੱਤਾਂ ਹੁੰਦੀਆਂ ਸਨ, ਪਰ ਉਹ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ। ਬਣਤਰ ਉਹਨਾਂ ਦੀ ਵੀ ਲੋਹੇ ਦੀਆਂ ਸੁੱਤਾਂ ਦੀ ਤਰ੍ਹਾਂ ਹੀ ਹੁੰਦੀ ਸੀ, ਪਰ ਇਹਨਾਂ ਸੁੱਤਾਂ ਦੀ ਲੰਬਾਈ 2 ਫੁੱਟ ਦੇ ਕਰੀਬ ਹੁੰਦੀ ਸੀ। ਇਹ ਸਾਈਜ਼ ਵਿੱਚ ਮੋਟੀਆਂ ਹੁੰਦੀਆਂ ਸਨ। ਤਾਂ ਇੱਥੇ ਆਪਾਂ ਵੇਖ ਚੁੱਕੇ ਆ ਵੀ ਆ 2 ਫੁੱਟ ਤੱਕ ਹੈਗੀ ਆ, ਪਰ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਨਾ ਵੀ ਜਿਹੜੀਆਂ ਜੱਟ ਤੇ ਸਲਗ ਦੀਆਂ ਸੁੱਤਾਂ ਹੋਣਗੀਆਂ ਉਹ ਸਿਰਫ ਲੱਕੜ ਦੀਆਂ ਹੀ ਹੋਣਗੀਆਂ। ਕਿਉਂ ਲੱਕੜ ਦੀਆਂ ਹੋਣਗੀਆਂ ਕਿਸੇ ਨੇ ਸਵਾਲ ਨਹੀਂ ਕੀਤਾ। ਜੇ ਲੋਹੇ ਦੀਆਂ ਕਰਨਗੇ ਤਾਂ ਇਹਨਾਂ ਦਾ ਭਾਰ ਬਹੁਤ ਜ਼ਿਆਦਾ ਹੋ ਜਾਊਗਾ, ਕਿਉਂਕਿ ਇਹ ਦਾਣੇ ਕੱਢਣ ਦੇ ਕੰਮ ਆਉਂਦੀ ਹੈ। ਵੀ ਜਿਹੜਾ ਉਹ ਨਾੜ ਪਿਆ ਹੁੰਦਾ ਉਹਨੂੰ ਐ ਫੜ ਕੇ ਉੱਪਰ ਨੂੰ ਕਰਨਾ ਹੁੰਦਾ ਸੀ, ਤੇ ਜੇ ਇਹਦਾ ਹੀ ਭਾਰ ਜ਼ਿਆਦਾ ਹੋਊਗਾ ਤਾਂ ਜਿਹੜਾ ਇਹਦੇ ਵਿੱਚ ਦਾਣੇ ਕੱਢਣ ਲਈ ਉਹ ਪਾਇਆ ਜਾਊਗਾ, ਫੂਸ ਪਾਇਆ ਜਾਊਗਾ ਜਾਂ ਸਿੱਟੇ ਪਾਏ ਜਾਣਗੇ, ਉਹ ਘੱਟ ਚੁੱਕੇ ਜਾਣਗੇ, ਕਿਉਂਕਿ ਇੰਨੀ ਸਮਰੱਥਾ ਹਰ ਬੰਦੇ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਲੱਕੜ ਹੌਲੀ ਹੁੰਦੀ ਆ ਤਾਂ ਲੱਕੜ ਦਾ ਵਜਨ ਘੱਟ ਹੋਊਗਾ, ਤਾਂ ਉਹਦੇ ਕਰਕੇ ਇਹ ਜ਼ਰੂਰੀ ਹੋ ਜਾਂਦਾ ਸੀ ਵੀ ਜੱਟ ਤੇ ਜਿਹੜੀ ਸਲਗ ਹੈ ਉਹ ਲੱਕੜ ਦੀਆਂ ਸੁੱਤਾਂ ਨਾਲ ਬਣੀ ਹੁੰਦੀ ਹੈ। ਤਾਂ ਇੱਥੇ ਤੱਕ ਗੱਲ ਕਲੀਅਰ ਹੋਈ। ਕਣਕ ਛੋਲੇ ਜੌਂ ਦੀਆਂ ਫਸਲਾਂ ਨੂੰ ਵੱਢ ਕੇ ਖੜਿਆਂ ਵਿੱਚ ਖਲੀਆਂ ਆਊਗਾ, ਇੱਥੇ ਖੜੀਆਂ ਨਹੀਂ ਆਊਗਾ, ਖਲੀਆਂ ਵਿੱਚ ਲਾਇਆ ਜਾਂਦਾ ਸੀ। ਛੋਲੇ ਪੰਜਾਬ ਵਿੱਚ ਪਹਿਲਾਂ ਆਮ ਹੁੰਦੇ ਸਨ। ਜਦ ਪੰਜਾਬ ਵਿੱਚ ਨਰਮੇ ਦੀ ਨਵੀਂ ਖੇਤੀ ਸ਼ੁਰੂ ਹੋਈ ਸੀ, ਉਸ ਸਮੇਂ ਜੱਟੀ ਬੜਾ ਹੁੱਬ ਕੇ ਕਹਿੰਦੀ ਹੁੰਦੀ ਸੀ। ਕੀ ਕਹਿੰਦੀ ਆ ਜੱਟੀ ਹੁੱਬ ਕੇ? ਛੋਲੇ ਵੱਢ ਕੇ ਬੀਜ ਦੇ ਨਰਮਾ ਚੁਗਣੇ ਨੂੰ ਮੈਂ ਤਕੜੀ। ਲਓ ਵੀ ਕਿੱਡੀ ਸੋਹਣੀ ਗੱਲ ਆ। ਅਬੋਹਰ ਵਾਲੀ ਸਾਈਡ ਚਲੇ ਜਾਈਏ, ਮਾਨਸੇ ਵਾਲੀ ਸਾਈਡ ਚਲੇ ਜਾਈਏ ਤਾਂ ਉਹ ਵਾਈਟ ਸਿਟੀ ਵੀ ਮੰਨਿਆ ਜਾਂਦਾ, ਭਾਵ ਕਿ ਉੱਥੇ ਕਾਟਨ ਬਹੁਤ ਜ਼ਿਆਦਾ ਹੁੰਦੀ ਆ। ਉੱਥੇ ਜਾ ਕੇ ਇਹ ਸਾਨੂੰ 17 ਵੀ ਸੁਣਨ ਨੂੰ ਮਿਲ ਸਕਦੀਆਂ ਨੇ। ਸਰੋਂ ਤੇ ਤਾਰੇ ਮੀਰੇ ਦੀਆਂ ਫਸਲਾਂ ਦੇ ਦਾਣਿਆਂ ਦੇ ਕਿਰਨ ਦਾ ਡਰ ਹੁੰਦਾ ਸੀ, ਇਸ ਲਈ ਇਹਨਾਂ ਫਸਲਾਂ ਨੂੰ ਵੱਢ ਕੇ ਉਸ ਥਾਂ ਤੇ ਇਕੱਠਾ ਕੀਤਾ ਜਾਂਦਾ ਸੀ ਜਿੱਥੇ ਇਹਨਾਂ ਵਿੱਚੋਂ ਦਾਣੇ ਕੱਢਣੇ ਹੁੰਦੇ ਸਨ। ਇਹਨਾਂ ਫਸਲਾਂ ਨੂੰ ਬਲਦਾਂ ਦੇ ਖੁਰਾਂ ਨਾਲ ਹੀ ਗਾਇਆ ਜਾਂਦਾ ਸੀ। ਕੀ ਮਤਲਬ ਆ ਵੀ ਬਲਦਾਂ ਦੇ ਖੁਰਾਂ ਨਾਲ ਗਾਇਆ ਜਾਂਦਾ ਸੀ? ਤਾਂ ਬਲਦਾਂ ਦੇ ਮਗਰ ਕੀ ਹੁੰਦੇ ਸੀ? ਫਲੇ ਹੁੰਦੇ ਸੀ। ਤਾਂ ਜਦੋਂ ਫਸਲ ਐ ਕਰਕੇ ਥੱਲੇ ਲੰਮੀ ਪਾਈ ਹੋਈ ਆ, ਪੈਲੀ ਪਾਈ ਹੋਈ ਹੈ, ਤਾਂ ਉਹਦੇ ਉੱਤੇ ਬਲਦ ਚੱਲ ਰਹੇ ਆ, ਫਲੇ ਚੱਲ ਰਹੇ ਆ, ਤਾਂ ਉਹਨਾਂ ਦੇ ਵਿੱਚੋਂ ਸਿੱਟਿਆਂ ਚੋਂ ਦਾਣੇ ਬਾਹਰ ਆਉਂਦੇ ਆ। ਤਾਂ ਤੰਗਲੀ ਨਾਲ ਫੁੱਲ ਕੇ ਟਾਂਗਰ ਇੱਕ ਪਾਸੇ ਕਰ ਦਿੱਤੇ ਜਾਂਦੇ ਸੀ। ਤਾਂ ਜਦੋਂ ਟਾਂਗਰ ਕੀ ਹੋਏ, ਜਦੋਂ ਟਾਂਗਰਾਂ ਦੇ ਵਿੱਚੋਂ ਦਾਣੇ ਨਿਕਲ ਗਏ ਤਾਂ ਟਾਂਗਰ ਅੱਡ ਰਹਿ ਗਏ, ਦਾਣੇ ਅੱਡ ਰਹਿ ਗਏ। ਕਲੀਅਰ ਹੋਈ ਗੱਲ। ਤਾਂ ਤੰਗਲੀ ਨਾਲ ਇਦਾਂ ਚੱਕ ਕੇ ਉਹਨੂੰ ਪਾਸੇ ਕੀਤਾ ਜਾਂਦਾ ਸੀ ਤਾਂ ਜੋ ਜਿਹੜੇ ਥੱਲੇ ਦਾਣੇ ਡਿਗੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ। ਬਾਕੀ ਰਹੇ ਬਰੀਕ ਟਾਂਗਰ ਨੂੰ ਛੱਜਲੀਆਂ ਨਾਲ ਉਡਾ ਕੇ ਦਾਣੇ ਕੱਢ ਲਏ ਜਾਂਦੇ ਸਨ। ਤਾਂ ਛੱਜਲੀਆਂ ਕੀ ਹੁੰਦੀਆਂ ਨੇ? ਜਿਹੜੇ ਛੱਜ ਹੁੰਦੇ ਨੇ ਇਦਾਂ ਕਰਕੇ ਉਹਨਾਂ ਨੂੰ ਝਾੜਾ ਲਾ ਕੇ ਦਾਣੇ ਅੱਡ ਕੱਢ ਲਏ ਜਾਂਦੇ ਨੇ। ਤਾਂ ਜਿਹੜੀ ਬਰੀਕ ਟਾਂਗਰ ਆ ਉਹ ਹਵਾ ਨਾਲ ਉੱਡ ਕੇ ਬਾਹਰ ਜਾਂਦੀ ਆ। ਜੇਕਰ ਸਰੋਂ ਤੇ ਤਾਰੇ ਮੀਰੇ ਦੀ ਥੋੜੀ ਫਸਲ ਹੁੰਦੀ ਸੀ ਤਾਂ ਉਸ ਨੂੰ ਸੋਟੀਆਂ ਨਾਲ ਕੁੱਟ ਕੇ ਤੇ ਤੰਗਲੀਆਂ ਨਾਲ ਫੋਲ ਕੇ ਛੱਜਲੀ ਨਾਲ ਉਡਾ ਕੇ ਕੱਢ ਲੈਂਦੇ ਸਨ। ਛੱਜਲੀ ਇੱਥੇ ਛੱਜ ਦਾ ਹੀ ਸਮਾਨਾਰਥੀ ਆ। ਹੋਰ ਗੱਲ, ਛੱਜਲੀ ਆਕਾਰ ਦੇ ਵਿੱਚ ਵੱਡੀ ਹੋਏਗੀ। ਛੱਜ ਛੋਟਾ ਹੁੰਦਾ, ਛੱਜਲੀ ਵੱਡੀ ਹੁੰਦੀ ਆ। ਇਹ ਮੈਂ ਗਲਤ ਨਹੀਂ ਕਹਿ ਰਿਹਾ, ਮੈਂ ਬਿਲਕੁਲ ਸਹੀ ਕਹਿ ਰਿਹਾ, ਕਿਉਂਕਿ ਬਿਹਾਰੀ ਵੀ ਲੱਗੀ ਆ। ਅਸਲ ਆਪਾਂ ਮੰਨਦੇ ਆ ਨਾ ਵੀ ਛੱਜਲੀ, ਸਭ ਨੇ ਸੋਚਿਆ ਹੋਣਾ ਛੱਜਲੀ ਛੋਟੀ ਹੁੰਦੀ ਆ, ਪਰ ਨਹੀਂ, ਛੱਜਲੀ ਆਕਾਰ ਦੇ ਵਿੱਚ ਵੱਡੀ ਹੁੰਦੀ ਆ। ਤਾਂ ਛੱਜਲੀ ਨਾਲ ਛੱਟ ਕੇ ਜਿਹੜੀ ਟਾਂਗਰ ਆ, ਬਰੀਕ ਟਾਂਗਰ ਆ, ਉਹਨੂੰ ਬਾਹਰ ਕੱਢ ਲਿਆ ਜਾਂਦਾ, ਦਾਣੇ ਥੱਲੇ ਘਿਰ ਜਾਂਦੇ ਆ। ਇਦਾਂ ਸਾਡੀ ਝੋਲੀ ਦੇ ਵਿੱਚ ਦਾਣੇ ਪਿਆ ਕਰਦੇ ਸੀ। ਜਦੋਂ ਪੀਣ ਕਰਨ ਲੈ ਕੇ ਜਾਂਦੇ ਆ, ਸਾਡੇ ਘਰ ਦੇ ਵਿੱਚ ਸਾਡੀਆਂ ਮਾਵਾਂ ਅੱਜ ਵੀ ਪੀਣਾ ਕਰਦੀਆਂ ਨੇ। ਕਣਕ ਛੋਲੇ ਤੇ ਜੌਂ ਦੀਆਂ ਫਸਲਾਂ ਜਦ ਖਲੀਆਂ ਵਿੱਚ ਲੱਗੀਆਂ ਸੁੱਕ ਜਾਂਦੀਆਂ ਸਨ ਤਾਂ ਇਹਨਾਂ ਨੂੰ ਪਿੜ ਵਿੱਚ ਢੋ ਲੈਂਦੇ ਸਨ। ਦੋ ਗੱਲਾਂ ਇੱਥੇ ਸਮਝਣ ਵਾਲੀਆਂ ਨੇ। ਇੱਕ ਤਾਂ ਖਲੀਆਂ ਕੀ ਹੁੰਦੀਆਂ ਨੇ? ਜਦੋਂ ਫਸਲ ਕੱਟ ਕੇ ਉਹਨਾਂ ਦੇ ਬੰਡਲ ਜੇ ਬਣਾ ਲਏ ਜਾਂਦੇ ਨੇ, ਇੱਕ ਜਗ੍ਹਾ ਉਹਨਾਂ ਨੂੰ ਢੇਰ ਲਾ ਦਿੱਤਾ ਜਾਂਦਾ, ਉਹਨਾਂ ਨੂੰ ਖਲੀਆਂ ਕਿਹਾ ਜਾਂਦਾ। ਤਾਂ ਉਸ ਤੋਂ ਬਾਅਦ ਪਿੜ ਵਿੱਚ ਢੋ ਲੈਂਦੇ ਸਨ ਦਾ ਕੀ ਮਤਲਬ ਆ? ਤਾਂ ਜਿੱਥੇ ਇਹਨਾਂ ਦੇ ਵਿੱਚੋਂ ਦਾਣੇ ਕੱਢਣੇ ਹੁੰਦੇ ਸਨ ਉਹਨੂੰ ਆਪਾਂ ਪਿੜ ਕਹਿੰਦੇ ਹੁੰਦੇ ਸੀ। ਵੀ ਪਿੜ ਪਾਇਆ ਹੋਇਆ, ਭਾਵ ਕਿ ਇੱਕ ਜਗ੍ਹਾ ਜੀ ਸਾਫ਼ ਕਰਕੇ ਬਣਾਈ ਹੋਈ ਆ ਜਿੱਥੇ ਇਹਨਾਂ ਖਲੀਆਂ ਦੇ ਵਿੱਚੋਂ ਦਾਣੇ ਕੱਢੇ ਜਾਣਗੇ। ਤਾਂ ਫਿਰ ਇਹਨਾਂ ਨੂੰ ਗਾਹਣ ਲਈ ਪੈਲੀ ਪਾਈ ਜਾਂਦੀ ਸੀ। ਆ ਫੇਰ ਸ਼ਬਦ ਆ ਗਿਆ, ਪਿਛਲੀ ਕਲਾਸ ਦੇ ਵਿੱਚ ਵੀ ਸਮਝਾ ਕੇ ਆਇਆ। ਇੱਥੇ ਪੈਲੀ ਦਾ ਮਤਲਬ ਜ਼ਮੀਨ ਨਹੀਂ ਹੈ,
ਮਾਝੇ ਦੇ ਵਿੱਚ ਜ਼ਮੀਨ ਨੂੰ ਪੈਲੀ ਕਿਹਾ ਜਾਂਦਾ, ਪਰ ਇੱਥੇ ਪੈਲੀ ਨਹੀਂ ਹੈਗੀ। ਪੈਲੀ ਇੱਥੇ ਡੇਗੀ ਹੋਈ ਫਸਲ ਦੇ ਨਾਲ ਸੰਬੰਧਿਤ ਆ। ਤਾਂ ਪਿੜ ਕੀ ਆ, ਇੱਕ ਖਾਸ ਜਗ੍ਹਾ ਜਿਹਦੇ ਵਿੱਚ ਆ ਖਲੀਆਂ ਲਿਆ ਕੇ ਸੁੱਟ ਦਿੱਤੀਆਂ ਜਾਂਦੀਆਂ, ਤਾਂ ਉਹ ਪੈਲੀ ਪਾ ਦਿੱਤੀ, ਭਾਵ ਕਿ ਵਿਛਾ ਦਿੱਤੀਆਂ ਗਈਆਂ। ਉਹਨਾਂ ਦੇ ਉੱਤੇ ਬਲਦ ਚੱਲ ਰਹੇ ਨੇ, ਫਲੇ ਚੱਲ ਰਹੇ ਨੇ, ਤੇ ਤੰਗਲੀਆਂ ਨਾਲ ਉਹਨਾਂ ਨੂੰ ਉੱਚਾ ਸੁੱਟ ਕੇ ਉਹਨਾਂ ਦੇ ਵਿੱਚੋਂ ਦਾਣੇ ਅੱਡ ਕੀਤੇ ਜਾ ਰਹੇ ਨੇ ਤੇ ਟਾਂਗਰ ਅੱਡ ਕੀਤੇ ਜਾ ਰਹੇ ਨੇ, ਭਾਵ ਕਿ ਰਹਿੰਦ ਖੂੰਦ ਆ ਜਿਹੜੇ ਸਿੱਟੇ ਆ ਉਹ ਬਾਹਰ ਕੱਢੇ ਜਾ ਰਹੇ ਨੇ। ਅੱਜ ਕੱਲ ਇਹ ਕੰਮ ਮਸ਼ੀਨਾਂ ਨਾਲ ਹੁੰਦਾ, ਆਪਾਂ ਸਾਰੇ ਜਾਣਦੇ ਆ। ਸਲਗ ਤੇ ਅੱਗੇ ਪੜਦੇ, ਪੈਲੀ ਪਾਉਣ ਸਮੇਂ ਸਲਗ ਤੇ ਜੱਟ ਦੀ ਵਰਤੋਂ ਕੀਤੀ ਜਾਂਦੀ ਸੀ। ਇਹਦੀ ਵਰਤੋਂ ਤੇ ਇਹਦੀ ਵਰਤੋਂ, ਆ ਦੋਵਾਂ ਦੀ ਵਰਤੋਂ ਜ਼ਿਆਦਾ ਹੁੰਦੀ ਸੀ। ਇਹ ਲੱਕੜ ਦੇ ਬਣੇ ਹੁੰਦੇ ਨੇ, ਅਸੀਂ ਜਾਣਦੇ ਆ। ਤਾਂ ਇਹਨਾਂ ਨੂੰ ਚੁੱਕ ਕੇ ਹਵਾ ਦੇ ਵਿੱਚ ਉੱਪਰ ਸੁੱਟਿਆ ਜਾਂਦਾ ਸੀ। ਹਵਾ ਚੱਲਦੀ ਸੀ, ਦਾਣੇ ਥੱਲੇ ਡਿੱਗ ਜਾਂਦੇ ਸੀ, ਹੌਲਾ ਜਿਹੜਾ ਘਾਹ ਫੂਸ ਹੁੰਦਾ ਸੀ ਉਹ ਉੱਡ ਕੇ ਪਾਸੇ ਚਲਾ ਜਾਂਦਾ ਸੀਗਾ। ਤਾਂ ਸਲਗ ਤੇ ਜੱਟ ਦੀ ਵਰਤੋਂ ਕੀਤੀ ਜਾਂਦੀ ਹੈ। ਸੁਲਗ ਤੇ ਜੱਟ ਵਿੱਚ ਦੋ ਸੁੱਤੇ ਹੋਣ ਕਰਕੇ ਲਾਣ ਖਿੱਚਣਾ ਸੌਖਾ ਹੁੰਦਾ ਸੀ। ਹੁਣ ਲਾਣ ਕੀ ਹੁੰਦਾ, ਜਿਹੜਾ ਕਣਕ ਦਾ ਸਾਰਾ ਨਾੜ ਹੁੰਦਾ ਨਾ, ਉਹਨੂੰ ਲਾਣ ਕਿਹਾ ਜਾਂਦਾ। ਤਾਂ ਇਹਨਾਂ ਦੀ ਗ੍ਰਿਫਤ ਵਿੱਚ ਲਾਣ ਆ ਵੀ ਬਹੁਤ ਜਾਂਦਾ ਸੀ। ਲਾਣ ਧੂਣਾ ਵੀ ਸੌਖਾ ਹੁੰਦਾ ਸੀ। ਪਾਈ ਪੈਲੀ ਨੂੰ ਫਲਿਆਂ ਨਾਲ ਗਾਇਆ ਜਾਂਦਾ ਸੀ। ਤਾਂ ਇੱਥੇ ਆ ਕੇ ਮੇਰੇ ਹਿਸਾਬ ਨਾਲ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਊਗੀ ਵੀ ਇਹ ਸਾਰਾ ਕਿਰਿਆ ਕਰਮ ਅਸਲ 'ਚ ਹੈਗਾ ਕੀ ਆ। ਕਲੀਅਰ, ਪੈਲੀ ਸ਼ਬਦ ਪਤਾ ਲੱਗ ਗਿਆ, ਤੁਹਾਨੂੰ ਫਲਿਆਂ ਦੇ ਬਾਰੇ ਪਤਾ ਲੱਗ ਗਿਆ, ਕਲੀਅਰ ਹੋਈ, ਤੁਹਾਨੂੰ ਪਿੜ ਬਾਰੇ ਪਤਾ ਲੱਗ ਗਿਆ, ਤੁਹਾਨੂੰ ਜੱਟ ਸਲਗ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਵੀ ਇਹਨਾਂ ਦੋਹਾਂ ਦੇ ਨਾਲ ਕੀ ਆ, ਲਾਣ ਨੂੰ ਧੂਇਆ ਜਾਂਦਾ ਸੀ। ਭਾਵ ਕਿ ਜਿਹੜਾ ਥੱਲੇ ਨਾੜ ਪਿਆ ਹੋਇਆ, ਲਾਣ ਪਿਆ ਹੋਇਆ, ਫੂਸ ਪਿਆ ਹੋਇਆ, ਉਹਨੂੰ ਜੱਟ ਦੇ ਨਾਲ ਘੜੀਸ ਕੇ ਧੂ ਕੇ ਪਾਸੇ ਲੈ ਕੇ ਜਾਇਆ ਜਾਂਦਾ ਸੀ। ਤੇ ਇਹ ਕਾਫੀ ਮਾਤਰਾ ਦੇ ਵਿੱਚ ਆ ਜਾਂਦਾ ਹੁੰਦਾ ਸੀ, ਕਿਉਂਕਿ ਇਹਦੀ ਜਿਹੜੀ ਬਣਤਰ ਆ ਉਹ 2 ਫੁੱਟ ਤੱਕ ਆ। ਤਾਂ 2 ਫੁੱਟ ਤੱਕ ਨਾੜ ਉੱਪਰ ਚੜ ਜਾਂਦਾ ਹੁੰਦਾ ਸੀਗਾ। ਕਲੀਅਰ ਹੋਈ ਗੱਲ। ਚਲੋ ਵੀ ਅੱਗੇ ਚੱਲਦੇ ਹਾਂ। ਜਦ ਪੈਲੀ ਦਾ ਉੱਪਰਲਾ ਹਿੱਸਾ ਕੁਝ ਬਰੀਕ ਹੋ ਜਾਂਦਾ ਸੀ ਤਾਂ ਤੰਗਲੀ, ਚਾਰ ਸੁੱਤੇ, ਸਲਗ ਤੇ ਜੱਟ ਨਾਲ ਕਈ ਬੰਦੇ ਪੈਲੀ ਨੂੰ ਫੋਲਦੇ ਸਨ। ਤਾਂ ਫੇਰ ਇੱਥੇ ਤੁਹਾਨੂੰ ਦੱਸਦੇ ਆ ਵੀ ਪੈਲੀ ਉਹ ਚੀਜ਼ ਆ ਵੀ ਜਿਹੜਾ ਲਾਣ ਹੈ ਨਾ, ਉਹਨੂੰ ਵਿਛਾਇਆ ਹੋਇਆ, ਉਹਦੇ ਉੱਤੇ ਫਲੇ ਫੇਰ ਕੇ ਦਾਣੇ ਅੱਡ ਕੀਤੇ ਹੋਏ ਨੇ, ਉਹ ਚੀਜ਼ ਨੂੰ ਪੈਲੀ ਕਿਹਾ ਜਾਊਗਾ। ਆ ਮੰਨ ਲਓ ਵੀ ਇੱਥੇ ਲਾਣ ਪਿਆ ਹੋਇਆ, ਨਾੜ ਪਿਆ ਹੋਇਆ, ਜਿਹਦੇ ਵਿੱਚ ਹਰ ਬੀ ਆ, ਕੋਈ ਜੌਂ ਆ, ਬਾਜਰਾ, ਜਵਾਰ, ਮੱਕੀ, ਕਣਕ, ਕੁਛ ਵੀ ਆ ਲਾਣ ਵਿਛਾਇਆ ਹੋਇਆ, ਇਹਦੇ ਉੱਤੇ ਫਲੇ ਚੱਲਦੇ ਪਏ ਆ, ਬਲਦ ਚੱਲਦੇ ਪਏ ਆ। ਤਾਂ ਇਹਦੇ ਨਾਲ ਤੰਗਲੀ, ਚਾਰਸੂ ਤੇ ਸਲਗ ਤੇ ਜੱਟ ਨਾਲ ਇਹਨੂੰ ਉੱਪਰ ਹਵਾ ਦੇ ਵਿੱਚ ਕੀ ਕੀਤਾ ਜਾਂਦਾ, ਫਰੋਲਿਆ ਜਾਂਦਾ ਵੀ ਜਿਹੜਾ ਥੱਲੜੇ ਪਾਸੇ ਵਾਲਾ ਉਹ ਉੱਤੇ ਆ ਜਾਏ, ਜਿਹੜਾ ਉੱਤੇ ਆ ਉਹ ਥੱਲੇ ਚਲਿਆ ਜਾਏ। ਕਲੀਅਰ ਹੋਈ, ਭਾਵ ਕਿ ਇਹਨਾਂ ਦੀ ਪਲਟੀ ਕਰਾਈ ਜਾਂਦੀ ਆ। ਅੱਗੇ ਵੇਖੀ, ਹਾਂ, ਤਾਂ ਪੈਲੀ ਫੈਲਣ ਨਾਲ ਪੈਲੀ ਦਾ ਹੇਠਲਾ ਮੋਟਾ ਲਾਣ ਉੱਪਰ ਆ ਜਾਂਦਾ ਸੀ। ਫਿਰ ਪੈਲੀ ਨੂੰ ਫਲਿਆਂ ਨਾਲ ਗਾ ਕੇ ਬਰੀਕ ਹੋਈ ਤੰਗਲੀ ਤੇ ਚਾਰ ਸੁੱਤੇ ਨਾਲ ਇਕੱਠੀ ਕਰਕੇ ਧੜ ਲਾਈ ਜਾਂਦੀ ਸੀ। ਤਾਂ ਕੀ ਹੋਇਆ ਵੀ ਐਦਾਂ ਇਕੱਠੀ ਕਰਕੇ ਧੜ ਲਾਈ ਜਾਂਦੀ ਸੀ, ਭਾਵ ਕਿ ਐਦਾਂ ਢੇਰੀ ਲਾਈ ਜਾਂਦੀ ਸੀ। ਗੱਲ ਕਲੀਅਰ ਹੋਈ। ਤਾਂ ਅੱਗੇ ਵੇਖੀ, ਧੜ ਨੂੰ ਤੰਗਲੀ ਨਾਲ ਉਡਾ ਕੇ ਦਾਣੇ ਕੱਢ ਲਏ ਜਾਂਦੇ ਸਨ। ਫਿਰ ਛਜਲੀਆਂ ਨਾਲ ਦਾਣਿਆਂ ਦਾ ਬੌਹਲ ਬਣਾਇਆ ਜਾਂਦਾ ਸੀ। ਤਾਂ ਬੌਹਲ ਬਣਾਉਣਾ ਕੀ ਹੁੰਦਾ ਹੈ ਉਹ ਮੈਂ ਤੁਹਾਨੂੰ ਅੱਗੇ ਦੱਸੂਗਾ ਵੀ ਬੌਹਲ ਬਣਾਉਣਾ ਕੀ ਹੁੰਦਾ, ਉਹਦੇ ਬਾਰੇ ਵੀ ਆਪਾਂ ਅੱਗੇ ਵਿਚਾਰ ਚਰਚਾ ਕਰਨੀ ਆ। ਸਾਰਾ ਕੁਝ ਆਪਾਂ ਅੱਜ ਪੜ੍ਹ ਲੈਣਾ। ਅੱਗੇ ਵੇਖੀ, ਤੂੜੀ ਦੀ ਤੰਗਲੀ ਨਾਲ ਧੜ ਲਾ ਦਿੰਦੇ ਸਨ। ਤਾਂ ਤੰਗਲੀ ਨਾਲ ਤੂੜੀ ਦੀ ਧੜ ਲਾ ਦਿੰਦੇ ਆ, ਕੁੱਪ ਬਣਾਉਣੇ ਆਪਾਂ ਵੇਖ ਲਏ ਆ। ਤੂੜੀ ਦੀਆਂ ਤੰਗਲੀ ਚਾਰ ਸੁੱਤੇ ਨਾਲ ਖੇਸਾਂ ਵਿੱਚ ਪੰਡਾ ਪਾ ਕੇ ਘਰੀ ਢੋ ਲੈਂਦੇ ਸਨ। ਤੂੜੀ ਛੋਲਿਆਂ ਦਾ ਟਾਂਗਰ ਪਸ਼ੂਆਂ ਦੀ ਖੁਰਾਕ ਹੈ। ਲਓ ਵੀ, ਪਸ਼ੂਆਂ ਦੀ ਖੁਰਾਕ ਕੀ ਆ, ਟਾਂਗਰ ਕੀ ਹੁੰਦੇ ਆ, ਤੂੜੀ ਛੋਲਿਆਂ ਦਾ ਟਾਂਗਰ, ਭਾਵ ਕਿ ਕਾਫੂਸ, ਰਹਿੰਦ ਖੂੰਦ। ਤੰਗਲੀ ਚਾਰ ਸੁੱਤੇ ਨਾਲ ਤੂੜੀ ਨੂੰ ਟੋਕਰਿਆਂ ਵਿੱਚ ਪਾ ਕੇ ਹੀ ਪਸ਼ੂਆਂ ਦੀ ਖੁਰਲੀ ਵਿੱਚ ਪਾਉਂਦੇ ਸਨ। ਇਸ ਤਰ੍ਹਾਂ ਤੰਗਲੀ, ਚਾਰ ਸੁੱਤੇ, ਸਲਗ ਤੇ ਜੱਟ ਦੇ ਸੰਦਾਂ ਦੀ ਵਰਤੋਂ ਹੁੰਦੀ ਸੀ। ਇੱਕ ਟੋਕਰਾ ਸੀ, ਤੰਗਲੀ ਨਾਲ ਹੀ ਤੂੜੀ ਨੂੰ ਟੋਕਰੇ ਵਿੱਚ ਪਾਇਆ ਜਾਂਦਾ ਸੀ। ਟੋਕਰਾ ਚੱਕ ਕੇ ਮੱਝਾਂ ਦੀ ਖੁਰਲੀ ਅੱਗੇ ਰੱਖਿਆ ਜਾਂਦਾ ਸੀ। ਤਾਂ ਤੰਗਲੀ ਘਰ ਦੇ ਬਹੁਤ ਸਾਰੇ ਕੰਮ ਸਾਰਦੀ ਹੁੰਦੀ ਸੀ, ਖੇਤੀਬਾੜੀ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਸਹਾਇਕ ਸੀ। ਤੰਗਲੀ, ਚਾਰ ਸੁੱਤੇ ਤੇ ਸਲਗ ਵਿੱਚ ਲੱਗੀ 4 ਫੁੱਟ ਲੱਕੜ ਨੂੰ ਹੱਥਾ ਕਹਿੰਦੇ ਸਨ। ਆ ਲਓ ਵੀ, ਆ ਜਿਹੜੀ ਵੀ ਲੱਕੜ ਲੱਗੀ ਆ ਸਾਰੇ ਕੀ ਨੇ, ਹੱਥਾ, ਭਾਵ ਕਿ ਹੱਥ ਦੇ ਵਿੱਚ ਫੜਨ ਵਾਲਾ। ਤੰਗਲੀ ਵਿੱਚ ਆਮ ਤੌਰ ਤੇ ਲੋਹੇ ਦੀਆਂ ਸੁੱਤਾਂ ਹੀ ਲੱਗੀਆਂ ਹੁੰਦੀਆਂ ਸਨ। ਕੋਈ ਤੰਗਲੀ ਲੱਕੜ ਦੀਆਂ ਸੁੱਤਾਂ ਨਾਲ ਵੀ ਬਣੀ ਹੁੰਦੀ ਸੀ। ਤੰਗਲੀ ਦੀਆਂ ਸੁੱਤਾਂ ਦੀ ਗਿਣਤੀ 7 ਹੀ ਹੁੰਦੀ ਸੀ। ਕਈ ਇਲਾਕਿਆਂ ਵਿੱਚ ਸੁੱਤਾਂ ਨੂੰ ਸਿੰਗੜ ਵੀ ਕਹਿੰਦੇ ਹਨ। ਲਓ ਵੀ, ਤਾਂ ਬਹੁਤ ਇੰਪੋਰਟੈਂਟ ਗੱਲ ਨਿਕਲ ਕੇ ਆਈ ਆ। ਜਿਹੜੀਆਂ ਸੁੱਤਾਂ ਨੇ ਉਹਦੀ ਹੀ ਗੱਲ ਚੱਲ ਰਹੀ ਆ। ਇੱਕ ਹੋ ਗਿਆ ਸਲਗ, ਇੱਕ ਹੋ ਗਿਆ ਜੱਟ, ਇੱਕ ਹੋ ਗਿਆ ਚਾਰ ਸੁੱਤਾ ਤੇ ਇੱਕ ਹੋ ਗਈ ਤੰਗਲੀ। ਤੰਗਲੀ ਦੇ ਵਿੱਚ ਲੋਹੇ ਦੇ ਤਿੰਗੜ ਤੇ ਲੋਹੇ ਦੇ ਲੱਕੜ ਦੇ ਤਿੰਗੜ ਲੱਗਣਗੇ, ਭਾਵ ਕਿ ਸੁੱਤਾਂ ਲੱਗਣਗੀਆਂ। ਸਿੰਗੜ ਤੇ ਸੁੱਤਾ
सेम समानार्थी शब्द ने, किते भुल नहीं जाना सी भी जे 7 सिंगड़ होण तां ओह की होएगी, तां ओह तंगली होएगी। पेपर च सवाल इदां ही बनेगा भी 7 सिंगड़ होण तां ओह की होएगी, 7 सिंगड़े तां इहनूं आपां तंगली कहांगे। इन्हां सुत्तां नूं पहिलां तां सुत्तां दे पिछले पासे विचकार ਜਿਹੇ लोहे दी इंच कू दी पत्ती ला के आपस ਵਿੱਚ इस तरह जोड़िया ਜਾਂਦਾ ਸੀ कि इस दे अगले हिस्से दी चौड़ाई 15 कू इंच रह जावे। ਜਿਉਂ-ਜਿਉਂ ਪਿੱਛੇ ਨੂੰ ਆਵੇ ਤਿਉਂ-ਤਿਉਂ ਘਟਦੀ ਜਾਵੇ। ਅਖੀਰ ਤੇ ਆ ਕੇ 7-4 ਸੁੱਤਾਂ ਇੱਕ ਥਾਂ ਇਕੱਠੀਆਂ ਹੋ ਜਾਣ। ਫਿਰ ਸੁੱਤਾਂ ਦੇ ਅਖੀਰਲੇ ਹਿੱਸੇ ਨੂੰ ਤੰਗਲੀ 4 ਸੁੱਤੇ ਦੇ ਹੱਥੇ ਦੇ ਹੇਠਲੇ ਹਿੱਸੇ ਨਾਲ ਚੰਗੀ ਤਰ੍ਹਾਂ ਪੱਤੀਆਂ ਲਾ ਕੇ ਫਿੱਟ ਕੀਤਾ ਜਾਏ। ਮੰਨ ਲਓ ਜੀ ਆ ਕੀ ਆ, ਸਾਡੇ ਕੋਲ ਹੱਥਾ ਤੇ ਇੱਥੇ ਕੀ ਆ, ਇੱਕ ਪੱਤੀ ਲਾਈ ਹੋਈ ਆ। ਕਿਹਦੇ ਪੱਤੀ ਲਾਈ ਹੋਈ ਆ? ਇਹਨਾਂ ਸੁੱਤਾਂ ਨੂੰ ਜਦੋਂ ਬਣਾਉਣਾ ਤਾਂ ਐ ਕਰਕੇ ਇੱਥੇ ਬਣਾਈਆਂ ਹੋਈਆਂ ਨੇ, ਕਲੀਅਰ। ਪਿੱਛੇ ਕਰਕੇ ਪੱਤੀ ਲਾਈ ਹੋਈ ਆ। ਮੰਨ ਲਓ ਆ 4 ਸੁੱਤ ਹੈ ਤਾਂ ਇਹਨਾਂ ਨੂੰ ਮੈਂ ਤੁਹਾਨੂੰ ਦੱਸਿਆ ਵੀ ਐ ਫੋਲਡ ਕਰ ਲਿਆ ਜਾਊਗਾ, ਥੱਲੇ ਆ ਕੇ ਇਹ ਗੋਲ ਹੋ ਜਾਣਗੀਆਂ। ਤਾਂ ਪੱਤੀ ਜ਼ਰੂਰ ਲਾਈ ਜਾਂਦੀ ਸੀ ਤੇ ਪੱਤੀ ਇਸ ਤਰੀਕੇ ਨਾਲ ਲਾਈ ਜਾਂਦੀ ਸੀ ਵੀ ਇਹ ਉੱਤੇ ਆ ਕੇ ਇੱਕ ਜਗ੍ਹਾ ਤੇ ਆ ਕੇ ਇਕੱਠੀਆਂ ਹੋ ਜਾਣ। ਤਾਂ ਤੁਹਾਨੂੰ ਦੇਖ ਰਿਹਾ ਹੋਵੇਗਾ ਵੀ ਆ ਜਿਹੜੀ ਚੀਜ਼ ਆ ਪੱਤੀ ਲਾਈ ਹੋਈ ਆ, ਇੱਥੇ ਵੀ ਆ ਪੱਤੀ ਲਾਈ ਹੋਈ ਆ। ਕਲੀਅਰ ਹੁੰਦੀ ਗੱਲ? ਅੱਗੇ ਵੇਖਦੇ ਹਾਂ। ਸੁਲਗ ਦਾ ਹੱਥਾ ਵੀ 4 ਕੁ ਫੁੱਟ ਦਾ ਹੁੰਦਾ ਸੀ। ਸਲਗ ਦੀਆਂ ਸੁੱਤਾਂ 2 ਕੁ ਫੁੱਟ ਲੱਕੜ ਦੀਆਂ ਹੁੰਦੀਆਂ ਸਨ। ਸੁੱਤਾਂ ਦੇ ਅਖੀਰਲੇ ਹਿੱਸੇ ਵਿੱਚ ਹੱਥੇ ਦਾ ਹੇਠਲਾ ਹਿੱਸਾ ਪਾ ਕੇ ਲੋਹੇ ਦੀ ਪੱਤੀ ਲਾ ਕੇ ਚੰਗੀ ਤਰ੍ਹਾਂ ਫਿੱਟ ਕੀਤਾ ਜਾਂਦਾ ਸੀ। ਭਾਵ ਕਿ ਇੱਥੇ ਫਿੱਟ ਕਰ ਦਿੱਤਾ। ਇਸ ਤਰ੍ਹਾਂ ਸਲਗ ਦੀਆਂ ਸੁੱਤਾਂ ਦੀ ਅਗਲੇ ਹਿੱਸੇ ਦੀ ਚੌੜਾਈ 8 ਕੁ ਇੰਚ ਰਹਿ ਜਾਂਦੀ ਸੀ। ਕਈ ਸਲਗਾਂ ਅੱਗੇ ਇੱਕ ਤੀਜੀ ਸੁੱਤ ਜਾਂ ਸਿੰਗੜ ਵੀ ਲਾਇਆ ਹੁੰਦਾ ਸੀ, ਜਿਸ ਨੂੰ ਬਘਿਆੜਾ ਕਹਿੰਦੇ ਸਨ। ਇਹ ਸਲਗ ਲਾਗਾ ਉੱਚਾ ਸੁੱਟਣ ਲਈ ਵਰਤੀ ਜਾਂਦੀ ਸੀ। ਲਾਗਾ ਕੀ ਹੁੰਦਾ ਬਈ? ਐਸੇ ਨੂੰ ਲਾਣ ਕਿਹਾ ਜਾਂਦਾ। ਕਲੀਅਰ? ਤਾਂ ਤੀਜੀ ਜਿਸ ਨੂੰ ਬਘਿਆੜਾ ਕਿਹਾ ਜਾਊਗਾ। ਵੈਸੇ ਤਾਂ ਜਿਹੜੀ ਜੱਟ ਤੇ ਸੁਲਗਾ ਇਹਦੇ ਵਿੱਚ 2 ਸੁੱਤਾਂ ਹੁੰਦੀਆਂ ਨੇ, ਭਾਵ ਕਿ 2 ਸਿੰਗੜ ਹੁੰਦੇ ਨੇ। ਪਰ ਕਈ ਵਾਰੀ ਕਹਿੰਦੇ ਨੇ ਵੀ ਇੱਥੇ ਇੱਕ ਵਧਾ ਕੇ ਤੀਜੀ ਵੀ ਲਾਈ ਜਾਂਦੀ। ਕਾਹਦੇ ਵਾਸਤੇ? ਵੀ ਜੇ ਤੀਜੀ ਲੰਮੀ ਲਾਈ ਜਾਏਗੀ ਤਾਂ ਉਹਦੇ ਨਾਲ ਜਿਹੜਾ ਲਾਗਾ ਹੋਏਗਾ, ਜਿਹੜਾ ਲਾਣ ਹੋਏਗਾ, ਬਹੁਤ ਉੱਤੇ ਤੱਕ ਸੁੱਟਿਆ ਜਾਏਗਾ। ਜਿੰਨੀ ਉੱਤੇ ਤੱਕ ਸੁੱਟਿਆ ਜਾਏਗਾ ਹਵਾ ਉਨੀ ਦੂਰ ਤੱਕ ਜਿਹੜਾ ਘਾਹ ਫੂਸ ਆ ਉਡਾ ਕੇ ਲੈ ਕੇ ਜਾ ਸਕਦੀ ਆ। ਕਲੀਅਰ ਹੋਈ ਗੱਲ? ਵੀ ਜਿੰਨੀ ਉੱਤੇ ਸੁੱਟਿਆ ਜਾਏਗਾ ਉਨਾ ਜ਼ਿਆਦਾ ਵਧੀਆ ਝਾਰਾ ਲੱਗ ਸਕੇਗਾ। ਇਹ ਗੱਲ ਸਮਝਣ ਵਾਲੀ ਆ। ਜੱਟ ਦਾ ਹੱਥਾ ਵੀ 4 ਕੁ ਫੁੱਟ ਦਾ ਹੁੰਦਾ ਸੀ। ਸੁੱਤਾਂ ਇਸ ਦੀਆਂ ਵੀ 2 ਕੁ ਫੁੱਟ ਲੱਕੜ ਦੀਆਂ ਹੁੰਦੀਆਂ ਸਨ। ਇਹਨਾਂ ਸੁੱਤਾਂ ਨੂੰ ਹੱਥੇ ਨਾਲ ਸਿੱਧਾ ਨਹੀਂ ਜੋੜਿਆ ਜਾਂਦਾ ਸੀ, ਸਗੋਂ 60 ਡਿਗਰੀ ਦੇ ਲੈਵਲ ਦੇ ਨੇੜੇ ਤੇੜੇ ਜੋੜਿਆ ਜਾਂਦਾ ਸੀ। ਸੁੱਤਾਂ ਦੇ ਵਿਚਕਾਰ ਜਿਹੇ ਲੱਕੜ ਦਾ ਇੱਕ ਛੋਟਾ ਜਿਹਾ ਗੁਟਕਾ ਲਾ ਕੇ ਉਸ ਗੁਟਕੇ ਵਿੱਚੋਂ ਦੀ ਦੋਵੇਂ ਪਾਸੇ ਲੋਹੇ ਦੀਆਂ ਪੱਤੀਆਂ ਲਾ ਕੇ ਹੱਥੇ ਨਾਲ ਤਿਰਛੀਆਂ ਜੋੜੀਆਂ ਜਾਂਦੀਆਂ ਸਨ। ਕਹਿਣ ਦਾ ਮਤਲਬ ਮੰਨ ਲਓ ਵੀ ਆਹ ਕੀ ਨੇ, 2 ਸੁੱਤਾਂ ਹੋ ਗਈਆਂ, ਠੀਕ ਹੈ। ਇੱਥੇ ਕਹਿ ਰਹੇ ਨੇ ਵੀ ਇੱਕ ਗੁਟਕਾ ਲਾ ਦਿੱਤਾ ਤਾਂ ਇਹਦੇ ਆਰ ਪਾਰ ਇੱਕ ਕੀ ਆ, ਕਿੱਲ ਲਾ ਕੇ ਇੱਥੋਂ ਇਹਨੂੰ ਜੋੜ ਦਿੱਤਾ। ਗੱਲ ਸਮਝ ਆਉਂਦੀ ਆ? ਹੱਥੇ ਨਾਲ ਲੱਗੀਆਂ ਇਹ ਪੱਤੀਆਂ ਹੀ ਜੱਟ ਦੀ ਮਜ਼ਬੂਤੀ ਬਣਦੀ ਸੀ। ਇਸ ਮਜ਼ਬੂਤੀ ਕਰਕੇ ਹੀ ਜੱਟ ਬਹੁਤ ਸਾਰੇ ਕਣਕ, ਛੋਲੇ, ਸਰੋਂ, ਤਾਰੇ ਮੀਰੇ ਆਦਿ ਦੇ ਲਾਣ ਨੂੰ ਖਿੱਚ ਲੈਂਦਾ ਸੀ, ਧੂ ਲੈਂਦਾ ਸੀ। ਸਮਝ ਆਉਂਦੀ ਗੱਲ? ਹੁਣ ਤੰਗਲੀ ਸ਼ਬਦ ਦੀ ਵਰਤੋਂ ਕਈ ਵਾਰ ਅਸੀਂ ਖੇਤੀ ਤੋਂ ਬਿਨਾਂ ਦੂਸਰੇ ਸਮਾਜਿਕ ਵਰਤਾਰੇ ਵਿੱਚ ਵੀ ਕਰ ਲੈਂਦੇ ਹਾਂ। ਜੇਕਰ ਕਿਸੇ ਬੰਦੇ ਦੀ ਉਸ ਦੇ ਕਾਰੋਬਾਰ ਵਿੱਚ ਆਮਦਨ ਨਿਤ ਦਿਨ ਵੱਧਦੀ ਰਹੇ ਤਾਂ ਉਸ ਬੰਦੇ ਬਾਰੇ ਕਿਹਾ ਜਾਂਦਾ ਹੈ ਉਹ ਤਾਂ ਤੰਗਲੀ ਨਾਲ ਨੋਟ ਇਕੱਠੇ ਕਰਦਾ ਹੈ। ਤਾਂ ਮੰਨ ਲਓ ਆਪਣੇ ਵਿੱਚੋਂ ਪੜ ਕੇ ਕੋਈ ਅਫਸਰ ਲੱਗ ਜੇ, ਰੋਜ਼ ਹੀ ਉਹਦੀ ਤਨਖਾਹ ਵਧੀ ਜਾਏ, ਤਨਖਾਹ ਤਾਂ ਮਹੀਨੇ ਬਾਅਦ ਆਉਂਦੀ ਆ, ਪਰ ਰੋਜ਼ ਹੀ ਉਹਦੀ ਆਮਦਨ ਵਧੀ ਜਾਏ ਤਾਂ ਆਪਾਂ ਕੀ ਕਵਾਂਗੇ ਵੀ ਉਸ ਨੇ ਤਾਂ ਤੰਗਲੀ ਲਾਈ ਹੋਈ ਆ, ਉਹ ਤਾਂ ਤੰਗਲੀ ਨਾਲ ਨੋਟ ਇਕੱਠੇ ਕਰ ਰਿਹਾ ਹੈ। ਜੇਕਰ ਕਿਸੇ ਨੂੰ ਆਪਣੇ ਬਜ਼ੁਰਗਾਂ ਵੱਲੋਂ ਕਮਾਈ ਹੋਈ ਰਾਸ਼ੀ ਮਿਲ ਜਾਵੇ, ਆਪ ਉਹ ਬੰਦਾ ਕੋਈ ਕੰਮ ਨਾ ਕਰੇ, ਖਰਚਾ ਖੁੱਲਾ ਕਰੇ, ਤਾਂ ਉਸ ਬੰਦੇ ਬਾਰੇ ਕਿਹਾ ਜਾਂਦਾ ਹੈ ਉਹ ਤੰਗਲੀ ਨਾਲ ਪੈਸੇ ਉਡਾ ਰਿਹਾ ਹੈ, ਉਸ ਨੇ ਤਾਂ ਪੈਸਿਆਂ ਨੂੰ ਤੰਗਲੀ ਲਾਈ ਹੋਈ ਹੈ। ਤਾਂ ਇਹ ਸੀ ਜਿਹੜੀਆਂ ਗੱਲਾਂ ਆਪਾਂ ਪੜ੍ਹੀਆਂ ਉਹਨਾਂ ਦੇ ਵਿੱਚੋਂ ਅਖਾਣ। ਇਹੀ ਗੱਲਾਂ ਪੇਪਰਾਂ ਦੇ ਵਿੱਚ ਆ ਕੇ ਬਣ ਜਾਂਦੀਆਂ ਨੇ, ਸਾਡੇ ਸਿੱਧੀਆਂ ਪੇਪਰ ਦੇ ਨਾਲ ਸੰਬੰਧਿਤ ਨੇ। ਹੁਣ ਆਪਾਂ ਅਗਲੇ ਵਿਸ਼ੇ ਦੇ ਵੱਲ ਵਧਾਂਗੇ ਜਿਹਦਾ ਨਾਮ ਆ ਛੱਜ ਤੇ ਛੱਜਲੀ। ਕਲੀਅਰ? ਇੱਥੇ ਹੀ ਤਾਕੀਦ ਕਰਦੇ ਆ, ਛੱਜ ਛੋਟਾ ਹੁੰਦਾ, ਛੱਜਲੀ ਵੱਡੀ ਹੁੰਦੀ ਆ। ਕਿਉਂ ਹੁੰਦੀ ਆ? ਆਪਾਂ ਅੱਗੇ ਅੱਗੇ ਇਹ ਸਾਰੀਆਂ ਗੱਲਾਂ ਨੂੰ ਪੜ੍ਹਦੇ ਜਾਵਾਂਗੇ, ਸਮਝਦੇ ਜਾਵਾਂਗੇ। ਲਓ ਵੀ, ਛੱਜ ਤੇ ਛੱਜਲੀ ਹਰ ਘਰ ਦੀ ਇੱਕ ਜ਼ਰੂਰੀ ਵਸਤ ਹੁੰਦੀ ਸੀ। ਇਹਨਾਂ ਤੋਂ ਬਿਨਾਂ ਨਾ ਘਰ ਦਾ ਤੇ ਨਾ ਖੇਤੀ ਦਾ ਗੁਜ਼ਾਰਾ ਹੁੰਦਾ ਸੀ। ਛੱਜ ਦੀ ਵਰਤੋਂ ਘਰਾਂ ਵਿੱਚ ਹੁੰਦੀ ਸੀ ਤੇ ਛੱਜਲੀ ਦੀ ਵਰਤੋਂ ਪਿੜਾਂ ਵਿੱਚ ਦਾਣੇ ਕੱਢਣ ਤੇ
ਬੌਹਲ ਬਣਾਉਣ ਵਿੱਚ ਹੁੰਦੀ ਸੀ। ਛੱਜ ਦੀ ਮਹੱਤਤਾ ਕਰਕੇ ਇੱਕ ਅਖਾਣ ਹੈਗਾ, ਛੱਜ ਨਾ ਬੁਹਾਰੀ ਕਾਦੀ ਪਠਿਆਰੀ। ਪਠਿਆਰੀ ਕੌਣ ਹੁੰਦੀ ਸੀ? ਜਿਹੜੀ ਦਾਣੇ ਭੁੰਨਦੀ ਹੁੰਦੀ ਸੀ, ਵੀ ਜੇ ਉਹਦੇ ਕੋਲ ਛੱਜ ਨਹੀਂ ਹੈਗਾ ਤਾਂ ਕਾਦੀ ਪਠਿਆਰੀ ਆ। ਤਾਂ ਇਹਦੇ ਬਾਰੇ ਸਿੱਧਾ ਸਾਨੂੰ ਇੱਕ ਅਖਾਣ ਵੇਖਣ ਨੂੰ ਮਿਲ ਗਿਆ। ਤਾਂ ਬੌਹਲ ਬਣਾਉਣੇ ਕੀ ਹੁੰਦੇ ਨੇ ਇਹ ਤੁਹਾਨੂੰ ਮੈਂ ਅੱਗੇ ਪੜਾਉਣੇ ਆ। ਤੇ ਪਿੜ ਤੁਹਾਨੂੰ ਮੈਂ ਦੱਸ ਦਿੱਤਾ ਵੀ ਪਿੜਾਂ ਦੇ ਵਿੱਚ ਛੱਜ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉੱਥੇ ਛੱਜਲੀ ਦੀ ਵਰਤੋਂ ਕੀਤੀ ਜਾਂਦੀ ਆ, ਕਿਉਂਕਿ ਛੱਜਲੀ ਆਕਾਰ ਦੇ ਵਿੱਚ ਵੱਡੀ ਹੁੰਦੀ ਆ, ਆਪਣੇ ਘਰਾਂ ਦੇ ਵਿੱਚ ਵੀ ਪਈ ਹੋਈ ਆ, ਤਾਂ ਉੱਥੇ ਜ਼ਿਆਦਾ ਮਾਤਰਾ ਦੇ ਵਿੱਚ ਲੋੜ ਹੁੰਦੀ ਸੀ, ਇਸ ਕਰਕੇ ਛੱਜਲੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਜਦ ਆਟਾ ਭਿਉਣ ਲਈ ਕਣਕ ਮੱਕੀ ਤਿਆਰ ਕੀਤੀ ਜਾਂਦੀ ਸੀ, ਜਿਸ ਨੂੰ ਪੀਣ ਬਣਾਉਣਾ ਵੀ ਕਹਿੰਦੇ ਸਨ। ਕਣਕ ਮੱਕੀ ਨੂੰ ਛੱਜ ਨਾਲ ਛੰਡ ਕੇ ਜੋ ਡੱਕੇ ਕੁੰਡੀ ਤੇ ਹੋਰ ਨਿੱਕ ਸੁੱਕ ਹੁੰਦਾ ਸੀ ਬਾਹਰ ਕੱਢਿਆ ਜਾਂਦਾ ਸੀ। ਘਰਾਂ ਵਿੱਚ ਦਾਲਾਂ ਨੂੰ ਛੱਜ ਨਾਲ ਛੰਡ ਕੇ ਸਾਫ਼ ਕਰਕੇ ਰੱਖਣ ਦਾ ਰਿਵਾਜ ਸੀ। ਘਰ ਵਿੱਚ ਜਦ ਮੁੰਡਾ ਜੰਮਦਾ ਸੀ ਤਾਂ ਦਾਈ ਨੂੰ ਦਾਣਿਆਂ ਦਾ ਛੱਜ ਭਰ ਕੇ ਤੇ ਉਸ ਉੱਪਰ ਗੁੜ ਦੀ ਪੇਲੀ ਰੱਖ ਕੇ ਦੇਣ ਦਾ ਰਿਵਾਜ ਸੀ। ਨਾਨਕ ਛੱਕ ਵੇਲੇ ਜੋ ਗਹਿਣੇ ਟੂਮਾ ਤਕਾਦਾ ਪਾਇਆ ਜਾਂਦਾ ਸੀ, ਉਸ ਨੂੰ ਵੀ ਛੱਜ ਵਿੱਚ ਰੱਖ ਕੇ ਦਿਖਾਉਣ ਦਾ ਰਿਵਾਜ ਸੀ। ਜੇ ਕਿਸੇ ਲੜਕੀ ਨੂੰ ਵਿਆਹ ਵਿੱਚ ਜ਼ਿਆਦਾ ਗਹਿਣੇ ਟੂਮਾ ਪਾਈਆਂ ਜਾਂਦੀਆਂ ਸਨ ਤਾਂ ਵੀ ਕਿਹਾ ਜਾਂਦਾ ਸੀ ਫਲਾਂ ਕੁੜੀ ਨੂੰ ਛੱਜ ਭਰ ਟੂਮਾ ਪਾਈਆਂ ਗਈਆਂ ਹਨ। ਤਾਂ ਛੱਜ ਬਾਰੇ ਬੜੀਆਂ ਸੋਹਣੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਪਈਆਂ ਨੇ। ਇਹਦੇ ਵਿੱਚੋਂ ਇੱਕ ਰਿਵਾਜ ਵੀ ਨਿਕਲ ਕੇ ਆਇਆ ਜਿਹੜਾ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਸਿੱਧਾ ਸੰਬੰਧ ਰੱਖਦਾ, ਵੀ ਦਾਣਿਆਂ ਦਾ ਛੱਜ ਭਰ ਕੇ ਉਸ ਉੱਪਰ ਮਿੱਠੀ ਕਿਹੜੀ ਚੀਜ਼ ਰੱਖੀ ਜਾਂਦੀ ਸੀ? ਸ਼ਹਿਦ, ਖੰਡ, ਸ਼ੱਕਰ, ਗੁੜ ਜਾਂ ਫਿਰ ਕੋਈ ਹੋਰ ਚੀਜ਼ ਰੱਖੀ ਜਾਂਦੀ। ਤਾਂ ਇੱਥੇ ਗੁੜ ਦੀ ਭੇਲੀ ਰੱਖ ਕੇ ਦਿੱਤੀ ਜਾਂਦੀ ਸੀ, ਕਾਹਦੇ ਵਾਸਤੇ? ਜਦੋਂ ਮੁੰਡਾ ਜੰਮਦਾ ਸੀਗਾ। ਕਲੀਅਰ ਹੁੰਦੀ ਜਾ ਰਹੀ ਆ ਗੱਲ ਸਾਰੀ। ਤਾਂ ਫਲਾਂ ਕੁੜੀ ਨੂੰ ਛੱਜ ਭਰ ਟੂਮਾ ਪਾਈਆਂ ਗਈਆਂ ਹਨ। ਜੇ ਕਿਸੇ ਕੁੜੀ ਨੂੰ ਦਾਜ ਵਿੱਚ ਗਹਿਣੇ ਪੂਰੇ ਮਿਲ ਜਾਂਦੇ ਸਨ ਪਰ ਪਤੀ ਉਸ ਦੀ ਪਸੰਦ ਦਾ ਨਹੀਂ ਹੁੰਦਾ ਸੀ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਇਹ ਬੋਲ ਨਿਕਲਦੇ ਸਨ। ਗੱਲ ਸਿੱਧੀ ਸਾਫ਼ ਆ, ਅੱਜ ਵੀ ਇਹ ਨਾ ਇਨਸਾਫੀ ਹੁੰਦੀ ਆ ਵੀ ਪੈਸਿਆਂ ਦਾ ਵਿਆਹ ਕੀਤਾ ਜਾਂਦਾ ਤੇ ਜੋੜੀ ਨਹੀਂ ਵੇਖੀ ਜਾਂਦੀ। ਉਸੇ ਤਰ੍ਹਾਂ ਕੁੜੀ ਆਪਣੀ ਦੁਹਾਈ ਪਾ ਰਹੀ ਆ, ਆਪਣੇ ਮਨ ਦਾ ਗੁਬਾਰ ਕੱਢ ਰਹੀ ਆ। ਕੀ ਕਹਿੰਦੀ ਆ ਬਈ? ਛੱਜ ਭਰਿਆ ਅਰਬੀ ਦਾ ਅੱਗ ਲਾਵਾਂ ਗਹਿਣਿਆਂ ਨੂੰ, ਮੁੰਡਾ ਮਿਲਿਆ ਨਾ ਮਰਜ਼ੀ ਦਾ। ਲਓ ਵੀ ਕੁੜੀ ਦੀ ਉਸ ਵੇਲੇ ਦੀ ਦਾਸਤਾਂ ਵੀ ਗਹਿਣਿਆਂ ਦਾ ਮੈਂ ਕੀ ਕਰਨਾ ਜਦੋਂ ਮੈਂ ਨਾਲ ਖੜੀ ਫੱਬਣੀ ਹੈ ਨਹੀਂ। ਤਾਂ ਉਹਦੀ ਇਹ ਗੱਲ ਬੜੀ ਡੂੰਗੀ ਆ ਜੇ ਕੋਈ ਸਮਝਣ ਵਾਲਾ ਹੋਵੇ ਤਾਂ। ਛੱਜ ਨਾਲ ਕਈ ਮੁਹਾਵਰੇ ਅਖਾਣ ਵੀ ਜੁੜੇ ਹੋਏ ਹਨ। ਜਿਵੇਂ ਪਹਿਲਾ ਅਖਾਣ ਮੁਹਾਵਰਾ ਕੀ ਆ? ਛੱਜ ਛੱਜ ਅਥਰੂ ਕੇਰਨਾ, ਬਹੁਤ ਰੋਣਾ। ਛੱਜ ਛੱਜ ਭਰ ਲੀਰਾਂ ਲਮਕਣਾ, ਬਹੁਤੀ ਗਰੀਬੀ ਹੋਣਾ। ਛੱਜੀ ਬੁੱਕੀ ਕਮਾਉਣਾ, ਬਹੁਤੀ ਕਮਾਈ ਕਰਨਾ। ਲਓ ਵੀ 3 ਮੁਹਾਵਰੇ ਸਿੱਧੇ ਬਣੇ ਹੋਏ ਆ, ਇਹਨਾਂ ਨੂੰ ਯਾਦ ਕਰ ਲਓ। ਅੱਗੇ ਅਖਾਣ ਆ ਗਿਆ। ਇੱਕ ਮਾੜੇ ਆਦਮੀ ਨੂੰ ਕਿਸੇ ਚੰਗੇ ਭਲੇ ਪੁਰਸ਼ ਦੇ ਔਗਣ ਦੱਸਣ ਦਾ ਕੋਈ ਹੱਕ ਨਹੀਂ ਹੁੰਦਾ। ਪੇਪਰ ਦੇ ਵਿੱਚ ਇਹ ਵਾਰ-ਵਾਰ ਹੀ ਪੁੱਛਿਆ ਗਿਆ। ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਸ ਵਿੱਚ 906। ਕਿਉਂਕਿ ਛੱਜ ਤੇ ਛਾਨਣੀ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ। ਛਾਨਣੀ ਗੋਲ ਹੁੰਦੀ ਆ, ਉਹਦੇ ਵਿੱਚ ਸਰਾਖ ਹੁੰਦੇ ਜਿਹਦੇ ਨਾਲ ਆਪਾਂ ਆਟਾ ਛਾਣਦੇ ਆ। ਜਦ ਝਗੜਾ ਕਰਨ ਵਾਲੀਆਂ ਲੜਨ ਵਾਲੀਆਂ ਦੋਹਾਂ ਧਿਰਾਂ ਨੂੰ ਫਿਟਕਾਰ ਪਾਉਣੀ ਹੋਵੇ ਤਾਂ ਕੀ ਕਿਹਾ ਜਾਂਦਾ ਹੈ? ਛੱਜ ਭਰਿਆ ਤੋਹਾਂ ਦਾ, ਫਿੱਟੇ ਮੂੰਹ ਦੋਹਾਂ ਦਾ। ਜਦ ਨਾਨਕੀਆਂ ਨਾਨਕ ਛੱਕ ਲੈ ਕੇ ਵਿਆਹਾਂ ਤੇ ਪਹੁੰਚਦੀਆਂ ਹੁੰਦੀਆਂ ਸਨ ਤਾਂ ਨਾਨਕਾ ਮੇਲ ਪਿੰਡ ਵੜਦਾ ਬੋਲੀਆਂ ਪਾਉਂਦੀਆਂ ਹੋਈਆਂ, ਠਿੱਡ ਕਰਦੀਆਂ ਹੋਈਆਂ ਵਿਆਹ ਵਾਲੇ ਘਰ ਪਹੁੰਚਦੀਆਂ ਸਨ। ਦਾਦਕੀਆਂ ਪਹਿਲਾਂ ਹੀ ਨਾਨਕੇ ਮੇਲ ਦੀ ਉਡੀਕ ਵਿੱਚ ਘਰ ਵਿੱਚ ਬੈਠੀਆਂ ਹੁੰਦੀਆਂ ਸਨ। ਜਦ ਨਾਨਕੀਆਂ ਦਾਦਕੀਆਂ ਨੂੰ ਨਿੰਦਣ ਚੋਭਾਂ ਲਾਉਣ ਤੋਂ ਨਹੀਂ ਹਟਦੀਆਂ ਸਨ ਤਾਂ ਦਾਦਕੀਆਂ ਵੀ ਨਾਨਕੀਆਂ ਨਾਲ 2 ਹੱਥ ਕਰਨ ਲਈ ਆਪਣਾ ਮੋਰਚਾ ਖੋਲ ਦਿੰਦੀਆਂ ਸਨ। ਸਭ ਤੋਂ ਪਹਿਲਾਂ ਤਾਂ ਉਹ ਪੋਲਾ ਜਿਹਾ ਵਾਰ ਕਰਦੀਆਂ ਹੁੰਦੀਆਂ ਸਨ। ਅੱਗੇ ਬੜਾ ਸੋਹਣਾ ਪੋਲਾ ਜਿਹਾ ਵਾਰ ਕੀਤਾ ਹੋਇਆ, ਤੁਹਾਨੂੰ ਮੈਂ ਹੁਣੇ ਸੁਣਾਉਣਾ। ਪਹਿਲਾਂ ਆਹ ਸਾਰੀ ਗੱਲ ਨੂੰ ਸਮਝ ਲਈਏ ਵੀ ਦਾਦਕਿਆਂ ਦੇ ਘਰ ਨਾਨਕਾ ਮੇਲ ਬਣ ਕੇ ਆਉਂਦਾ। ਅਸੀਂ ਜਾਣਦੇ ਆ ਪਿੰਡ ਦੀ ਦੇਲੀ ਵਿੱਚ ਵੜਦਿਆਂ ਹੀ, ਜਦੋਂ ਪਿੰਡ ਦੀ ਫਿਰਨੀ ਦੇ ਵਿੱਚ ਆ ਕੇ ਵੜਦੇ ਆ, ਉੱਥੋਂ ਹੀ ਬੋਲੀਆਂ ਪਾਉਣਾ, ਗਾਉਣ, ਮਸ਼ਕਰੀ, ਠਿੱਡ ਕਰਦੀਆਂ ਵਿਆਹ ਵਾਲੇ ਘਰ ਪਹੁੰਚਦੀਆਂ ਹੁੰਦੀਆਂ ਸੀ। ਘਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਦਾਦਕਾ ਪਰਿਵਾਰ ਆ ਇਹਨਾਂ ਦੀ ਉਡੀਕ ਕਰਦਾ ਹੁੰਦਾ ਸੀ। ਤਾਂ ਨਾਨਕਾ ਪਰਿਵਾਰ ਚੋਭਾਂ ਮਾਰਦਾ ਹੁੰਦਾ ਸੀ, ਭਾਵ ਕਿ ਸਿੱਠਣੀਆਂ ਮਾਰਦਾ ਆਉਂਦਾ ਹੁੰਦਾ ਸੀਗਾ। ਤਾਂ ਇਹ ਗੱਲਾਂ ਅੱਗੋਂ ਦਾਦਕੇ ਵਾਲੇ ਨਾਨਕਿਆਂ ਨੂੰ ਕੀ ਕਹਿੰਦੇ ਨੇ? ਚੰਦ ਓਲੇ ਚਾਨਣੀ ਪਰਾਤ ਓਲੇ ਛੱਜ ਓਏ, ਨਾਨਕਿਆਂ ਦਾ ਮੇਲ ਆਇਆ ਗਾਉਣ ਦਾ ਨਾ ਚੱਜ ਓਏ। ਲਓ ਬਈ ਛੱਜ ਸ਼ਬਦ ਦੀ ਇੱਥੇ ਇੰਪੋਰਟੈਂਸ ਆ, ਤਾਂ ਕਰਕੇ ਆਪਾਂ ਗੱਲਾਂ ਪੜ੍ਹ ਰਹੇ ਆ ਵੀ
ਚੰਦ ਓਲੇ ਚਾਨਣੀ ਪਰਾਤ ਓਲੇ ਛੱਜ ਓਏ, ਨਾਨਕਿਆਂ ਦਾ ਮੇਲੇ ਆਇਆ ਗਾਉਣ ਦਾ ਨਾ ਚੱਜ ਓਏ। ਕਲੀਅਰ ਹੋਈ ਗੱਲ। ਤਾਂ ਉਹਨਾਂ ਨੂੰ ਇਹ ਪੋਲੀ ਜਹੀ ਕੀ ਮਾਰੀ ਆ, ਚੋਟ ਮਾਰੀ ਹੋਈ ਆ। ਅਗਲਾ ਵਾਰ ਵੀ ਇਸ ਤੋਂ ਵੱਡਾ ਆਇਆ ਹੋਇਆ, ਵੇਖ ਲਈਏ ਵੀ ਕੀ ਕਹਿੰਦੇ ਆ। ਦਾਦਕਿਆਂ ਦਾ ਅਗਲਾ ਥੋੜਾ ਜਿਹਾ ਸੇਕ ਲਾਉਣ ਵਾਲਾ ਵਾਰ ਹੁੰਦਾ ਸੀ। ਕੀ ਆ ਵੀ ਦਾਦਕਿਆਂ ਦਾ ਅਗਲਾ ਵਾਰ ਜਿਹੜਾ ਸੇਕ ਲਾਉਂਦਾ, ਛੱਜ ਓਲੇ ਛਾਨਣੀ ਪਰਾਤ ਓਲੇ ਤਵਾ ਓਏ, ਨਾਨਕਿਆਂ ਦਾ ਮੇਲੇ ਆਏ ਸੂਰਿਆਂ ਦਾ ਰਵਾ ਓਏ। ਲਓ, ਰਵਾ ਕੀ ਹੁੰਦਾ ਸੀ? ਰਾਜਾ। ਭਾਵ ਕਿ ਸੂਰੇ ਕਿਹਨਾਂ ਦਾ? ਸੂਰੀਆਂ ਦਾ ਰਾਜਾ। ਕਿਆ ਬਾਤ ਹੈ। ਕਿੱਡਾ ਵਿਅੰਗ ਮਾਰਿਆ ਹੋਇਆ, ਕਿੰਨਾ ਜ਼ਿਆਦਾ ਦਾਦਕਿਆਂ ਨੂੰ ਸੇਕ ਲਾਇਆ ਹੋਇਆ ਨਾਨਕਿਆਂ ਨੂੰ ਅਸੀਂ ਵੇਖ ਹੀ ਸਕਦੇ ਹਾਂ। ਵਿਆਹਾਂ ਵਿੱਚ ਇਹ ਮਿੱਠੀ ਮਿੱਠੀ ਥੋੜੀ ਕਰਾਰੀ ਨੋਕ ਚੋਕ ਨਾਨਕਿਆਂ ਤੇ ਦਾਦਕਿਆਂ ਵਿੱਚ ਚੱਲਦੀ ਰਹਿੰਦੀ ਸੀ। ਜਾਗੋ ਕੱਢਣ ਤੋਂ ਬਾਅਦ ਨਾਨਕਿਆਂ ਛੱਜ ਕੁੱਟਦੀਆਂ ਸਨ। ਘੁੰਗਰੂਆਂ ਵਾਲੇ ਡੰਡੇ ਨਾਲ ਨਾਲੇ ਛੱਜ ਕੁੱਟਦੀਆਂ ਜਾਂਦੀਆਂ ਸਨ, ਨਾਲੇ ਗੀਤ ਗਾਉਂਦੀਆਂ ਜਾਂਦੀਆਂ ਸਨ। ਤੋੜ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ। ਆਪਾਂ ਅਕਸਰ ਸੁਣਦੇ ਹੁੰਨੇ ਆ, ਜਦੋਂ ਗਿੱਧਾ ਵੀ ਸੁਣਦੇ ਆ ਉਹਦੇ ਵਿੱਚ ਵੀ ਇਹ ਛੱਜ ਤੋੜਿਆ ਜਾਂਦਾ। ਤਾਂ ਅਖੀਰ ਦੇ ਵਿੱਚ ਜਦੋਂ ਬੋਲੀ ਸਿਖਰ ਤੇ ਪਹੁੰਚ ਜਾਂਦੀ ਹੈ ਤਾਂ ਆਹ ਬੋਲੀ ਜ਼ਰੂਰ ਆਪਣਾ ਰੰਗ ਬੰਨ੍ਹਦੀ ਆ ਵੀ ਤੋੜ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ। ਛੱਜਲੀ ਦਾ ਨਾਂ ਸੁਣ ਕੇ ਤਾਂ ਲੱਗਦਾ ਹੈ ਕਿ ਛੱਜਲੀ ਛੱਜ ਨਾਲੋਂ ਛੋਟੀ ਹੋਣੀ ਚਾਹੀਦੀ ਹੈ, ਪਰ ਲਗਭਗ ਛੱਜ ਨਾਲੋਂ ਦੁੱਗਣੀ ਵੱਡੀ ਹੁੰਦੀ ਹੈ। ਤੰਗਲੀ ਨਾਲ ਜਦ ਗਾਹੀ ਹੋਈ ਫਸਲ ਦੀਆਂ ਧੜਾਂ ਨੂੰ ਉਡਾ ਕੇ ਤੂੜੀ ਵੱਖ ਤੇ ਦਾਣੇ ਵੱਖ ਕਰ ਦਿੱਤੇ ਜਾਂਦੇ ਸਨ ਤਾਂ ਉਹਨਾਂ ਦਾਣਿਆਂ ਵਿੱਚ ਮੋਟੀਆਂ ਕੁੰਡੀਆਂ ਰਹਿ ਜਾਂਦੀਆਂ ਸਨ। ਇਹਨਾਂ ਕੁੰਡੀਆਂ ਰਹੇ ਦਾਣਿਆਂ ਨੂੰ ਸੈਂਡ ਕਿਹਾ ਜਾਂਦਾ ਸੀ। ਲਓ ਵੀ, ਹੈਗਾ ਤਾਂ ਵੇਖੋ ਅੰਗਰੇਜ਼ੀ ਦਾ ਸ਼ਬਦ ਆ ਸੈਂਡ। ਇੱਥੇ ਮਿੱਟੀ ਦਾ ਅਰਥ ਨਹੀਂ ਕਰਾਂਗੇ ਆਪਾਂ। ਸੈਂਡ ਮੀਨਸ ਮਿੱਟੀ ਨਹੀਂ ਲੈਣਾ ਇੱਥੇ ਆਪਾਂ। ਸੈਂਡ ਇੱਥੇ ਕੁੰਡੀਆਂ ਰਹੇ ਦਾਣਿਆਂ ਨੂੰ, ਭਾਵ ਕਿ ਜਿਹੜੀਆਂ ਕੁੰਡੀਆਂ ਦੇ ਵਿੱਚ ਥੋੜੇ ਥੋੜੇ ਦਾਣੇ ਰਹਿ ਜਾਂਦੇ ਸੀਗੇ ਉਹਨਾਂ ਨੂੰ ਸੈਂਡ ਕਿਹਾ ਜਾਂਦਾ ਸੀ। ਸੈਂਡ ਨੂੰ ਫਿਰ ਬਲਦਾਂ ਦੇ ਖੁਰਾਂ ਨਾਲ ਗਾਇਆ ਜਾਂਦਾ ਸੀ। ਗਾਉਣ ਤੋਂ ਬਾਅਦ ਸੈਂਡ ਨੂੰ ਛੱਜਲੀਆਂ ਵਿੱਚ ਭਰ ਕੇ ਉਡਾ ਕੇ ਬੋਹਲ ਬਣਾਏ ਜਾਂਦੇ ਸਨ। ਇਸ ਤਰ੍ਹਾਂ ਛੱਜਲੀ ਬੋਹਲ ਬਣਾਉਣ ਦੇ ਕੰਮ ਆਉਂਦੀ ਸੀ। ਠੀਕ, ਤਾਂ ਬੋਹਲ ਬਣਾਉਣਾ ਕੀ ਹੁੰਦਾ ਉਹ ਵੀ ਆਪਾਂ ਵੇਖਾਂਗੇ। ਤਾਂ ਬੋਹਲ ਬਣਾਉਣ ਦੇ ਕੰਮ ਕੀ ਆਉਂਦੀ ਆ? ਛੱਜਲੀ ਆਉਂਦੀ ਆ। ਬਸ ਇਹ ਗੱਲ ਯਾਦ ਰੱਖਣੀ, ਅੱਗੇ ਆਪਾਂ ਪੜਾਂਗੇ ਵੀ ਬੋਹਲ ਬਣਾਉਣੇ ਕੀ ਹੁੰਦੇ ਨੇ। ਛੱਜਲੀ ਬੋਹਲ ਬਣਾਉਂਦੀ ਹੁੰਦੀ ਹੈ। ਛੱਜ ਬਣਾਉਣ ਲਈ ਸਲਵਾਰ ਦੇ ਕਾਨਿਆਂ ਦੀਆਂ ਤੀਲਾਂ ਜਿਸ ਵਿੱਚ ਬੰਬੂ ਨਿਕਲੇ ਹੁੰਦੇ ਸਨ। ਲਓ ਵੀ, ਹੁਣ ਬੰਬੂ ਬਾਰੇ ਪਤਾ ਹੋਣਾ ਚਾਹੀਦਾ ਵੀ ਕੀ ਹੁੰਦੇ ਨੇ। ਛੱਜ ਬਣਾਉਣ ਲਈ ਸਲਵਾਰ ਦੇ ਕਾਨੇ, ਸਲਵਾਰ ਕੀ ਹੁੰਦੀ ਆ ਪਹਿਲਾਂ ਇਹ ਦੱਸੋ। ਉਹ ਜਿਹੜਾ ਨਾੜ ਹੁੰਦਾ ਨਾ ਉਹ ਐਦਾਂ ਦਾ ਹੁੰਦਾ, ਉਹਦੇ ਵਿੱਚ ਇੱਕ ਬੰਬੂ ਨਿਕਲਿਆ ਹੁੰਦਾ। ਤਾਂ ਨਾੜ ਦੇ ਵਿੱਚ ਇੱਕ ਹੋਰ ਨਾੜ ਨਿਕਲਿਆ ਹੁੰਦਾ, ਜਿਵੇਂ ਇਸ ਪੈਨ ਦੇ ਵਿੱਚ ਸਿੱਕਾ ਹੈ ਨਾ, ਉਸੇ ਤਰ੍ਹਾਂ ਇਹ ਸਲਵਾਰ ਦੇ ਵਿੱਚ ਇੱਕ ਬੰਬੂ ਨਿਕਲਦਾ ਹੁੰਦਾ, ਉਹਦਾ ਇਹ ਬਣਦਾ ਹੁੰਦਾ, ਕਿਉਂਕਿ ਉਹ ਜ਼ਿਆਦਾ ਮਜ਼ਬੂਤ ਹੁੰਦਾ। ਅਸੀਂ ਉਹਨਾਂ ਦੇ ਵਿੱਚੋਂ ਆਪ ਆਪਣੇ ਹੱਥਾਂ ਨਾਲ ਕੱਢਦੇ ਰਹੇ ਆ। ਜਦੋਂ ਫਸਲ ਕੱਟੀ ਜਾਏਗੀ ਤਾਂ ਤੁਸੀਂ ਆਪੇ ਜਾ ਕੇ ਵੇਖਿਓ, ਜੇ ਤੁਹਾਡੇ ਨੇੜੇ ਤੇੜੇ ਫਸਲਾਂ ਹੋਣਗੀਆਂ, ਵੀ ਬੰਬੂ ਕੱਢਣਾ ਵੀ ਸਲਵਾਰ ਦੇ ਵਿੱਚੋਂ ਬੰਬੂ ਕਿਹੋ ਜਿਹਾ ਹੁੰਦਾ। ਉਹ ਥੋੜਾ ਸਖਤ ਹੁੰਦਾ, ਡੱਕਾ ਹੁੰਦਾ ਉਹ। ਤਾਂ ਕਾਨਿਆਂ ਦੀਆਂ ਤੀਲਾਂ ਜਿਸ ਵਿੱਚ ਬੰਬੂ ਨਿਕਲੇ ਹੁੰਦੇ ਸਨ, ਕਾਨਿਆਂ ਨਾਲੋਂ ਤੋੜੀਆਂ ਜਾਂਦੀਆਂ ਸਨ। ਇਹਨਾਂ ਤੀਲਾਂ ਨੂੰ ਧਰਤੀ ਤੇ 2 ਤੋਂ 2.5 ਫੁੱਟ ਲੰਮੀ 2 ਫੁੱਟ ਚੌੜੀ ਸਿਰਕੀ ਬਣਾ ਕੇ ਇੱਕ ਦੂਜੇ ਨਾਲ ਪੱਠੇ ਦੀ ਵਰਤੋਂ ਕਰਕੇ ਗੁੰਦਿਆ ਜਾਂਦਾ ਸੀ ਜਾਂ ਨਗੰਦਿਆ ਜਾਂਦਾ ਸੀ। ਆਹ ਪੱਠਾ ਸ਼ਬਦ ਬਹੁਤ ਜ਼ਰੂਰੀ ਹੈ, ਇਹਦੇ ਬਾਰੇ ਪੜ੍ਹਦੇ ਆ ਵੀ ਪੱਠਾ ਕੀ ਹੁੰਦਾ। ਪੱਠਾ ਕੀ ਹੁੰਦਾ ਹੈ? ਮੁਰਦੇ ਗੋਕੇ। ਲੋ ਵੀ, ਗੋਕੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਆ? ਗਾਂ, ਬਲਦ, ਵੱਛੀ, ਵੈੜ ਕੇ, ਇਹਨਾਂ ਸਾਰਿਆਂ ਨੂੰ ਭਾਈ ਗੋਕੇ ਕਿਹਾ ਜਾਂਦਾ। ਯਾਦ ਰੱਖਣਾ, ਮਾਲ ਡੰਗਰ ਨੂੰ ਗੋਕੇ ਕਿਹਾ ਜਾਂਦਾ। ਤਾਂ ਪਿੱਠ ਦੇ ਦੋਵੇਂ ਪਾਸਿਆਂ ਤੋਂ ਲੰਮੀਆਂ ਨਾੜਾਂ ਕੱਢੀਆਂ ਜਾਂਦੀਆਂ ਸਨ। ਲੋ ਵੀ, ਆ ਜਿਹੜੇ ਵੈੜ ਕੇ, ਵੱਛੀ, ਬਲਦ, ਗਾਂ ਹੁੰਦੇ ਸੀ, ਇਹਨਾਂ ਦੀ ਪਿੱਠ ਦੇ ਪਿੱਛੇ ਨਾ ਨਾੜਾਂ ਹੁੰਦੀਆਂ ਸੀ। ਇਹ ਲੰਮੀਆਂ ਨਾੜਾਂ ਕੱਢ ਕੇ ਸੁਕਾਈਆਂ ਜਾਂਦੀਆਂ ਸੀ। ਉਹਨਾਂ ਨੂੰ ਸੁਕਾ ਕੇ ਉਹਨਾਂ ਦੀ ਮਜ਼ਬੂਤੀ ਬਣ ਜਾਂਦੀ ਸੀ, ਤਾਂ ਉਹਦੇ ਨਾਲ ਛੱਜ ਗੁੰਦਿਆ ਜਾਂਦਾ ਸੀਗਾ। ਇਹਨਾਂ ਲੰਮੀਆਂ ਨਾੜਾਂ ਦੇ ਕਈ ਹਿੱਸੇ ਬਣਾ ਕੇ ਸੁਕਾ ਲਏ ਜਾਂਦੇ ਸਨ। ਇਹਨਾਂ ਸੁੱਕੀਆਂ ਨਾੜਾਂ ਨੂੰ ਪੱਠਾ ਕਹਿੰਦੇ ਸਨ। ਇੱਥੇ ਇੱਕ ਬੜੀ ਵੱਡੀ ਗੱਲ ਤੁਹਾਡੇ ਸਾਹਮਣੇ ਸਾਂਝੀ ਕਰਨ ਲੱਗਾ ਵੀ ਜਿਹੜੇ ਮਾਸ ਦੇ ਖਿਲਾਫ ਹੋਣਗੇ, ਜਿਨ੍ਹਾਂ ਦੇ ਘਰ ਪਵਿੱਤਰ ਹੋਣਗੇ, ਜਿਹੜੇ ਆਪਣੇ ਘਰ ਦੇ ਵਿੱਚ ਇਹੋ ਜਿਹੀ ਚੀਜ਼ ਨਹੀਂ ਵਾੜਨਗੇ, ਮਾਸ ਨਹੀਂ ਵਾੜਨਗੇ, ਉਹਨਾਂ ਦੇ ਘਰ ਛੱਜ ਤਾਂ ਹੋਏਗਾ ਨਾ। ਉਹ ਛੱਜ ਦੇ ਨਾਲ ਦਾਣੇ ਤਾਂ ਛਾਣ ਕੇ ਖਾਂਦੇ ਹੋਣਗੇ ਨਾ, ਪਰ ਉਹਨਾਂ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਹੋਏਗਾ ਵੀ ਜਿਹੜਾ ਇਹ ਛੱਜ ਬਣਿਆ ਉਹ ਮਰੇ ਪਸ਼ੂ ਦੀਆਂ ਆਂਦਰਾਂ ਸੁਕਾ ਕੇ ਬਣਾਇਆ ਹੋਇਆ। ਕਿੱਡੀ ਵੱਡੀ ਗੱਲ ਆ। ਤਾਂ ਜੇ ਕੋਈ ਬਹੁਤਾ ਹੀ ਧਰਮੀ ਹੋਵੇ, ਉਹਨੂੰ ਵੱਤ ਆ ਜੇ ਇਹ ਗੱਲ ਸੁਣ ਕੇ ਵੀ ਉਹਦੇ ਨਾਲ ਹੀ ਦਾਣੇ ਝਰ ਕੇ ਆਟਾ ਬਣਦਾ ਹੁੰਦਾ ਸੀ, ਉਹਨਾਂ ਦਾਣਿਆਂ ਨੂੰ ਹੀ ਅਸੀਂ ਖਾਂਦੇ ਹੁੰਦੇ ਸੀ। ਇਹ ਪਸ਼ੂ ਦੀਆਂ ਨਾੜਾਂ ਨੂੰ ਸੁਕਾ ਕੇ ਛੱਜ ਬਣਾਏ ਜਾਂਦੇ ਆ। ਪਤਾ ਸੀ ਇੰਨੀ ਗੱਲ ਸਾਨੂੰ, ਪਰ ਅੱਜ ਕੱਲ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਟੈਨਸ਼ਨ ਨਾ ਲਓ, ਹੁਣ ਜਿਹੜੇ ਸਾਡੇ ਘਰਾਂ ਦੇ ਵਿੱਚ ਛੱਜ ਨੇ ਨਾ, ਉਹਦੇ ਵਿੱਚ ਪਲਾਸਟਿਕ ਦੀ ਡੋਰੀ ਵਰਤੀ ਜਾਂਦੀ ਆ।
ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਨਹੀਂ ਹੈ ਮੇਰੀ ਗੱਲ ਸੁਣ ਕੇ ਪਹਿਲਾਂ ਛਾਜੀ ਸੁੱਟਣ ਚਲੇ ਗਏ ਬਾਹਰ, ਐਦਾਂ नहीं करना। हुण प्लास्टिक दे धागे की वरतों की जाती है। बनी हुई सिरकी दे लम्मे, हुण सिरकी की हुंदी आ जिहड़ा नाड़ हुंदी आ इहनूं सुका के उहदी सिरकी बन जाती सी, भाव कि एक धागा बन जाता सी। तां एक सिरे ते 5-6 सलवार दे काने पट्ठे नाल बन दिते जांदे सन। इन्हां बन्ने गए कानियां तो 6 इंच ते 90 डिग्री दा भन्न पा दिता जांदा सी। आ देखो ये आ 90 डिग्री दा भन्न पा दिता। इस दे दूसरे सिरे ते उपर हेठां 4-4 5-5 तीलां बन दित्तियां जांदियां सन, जिस नाल छज दा अगला हिस्सा भी मजबूत हो जाता सी। इस तरह ही लम्मे लोड़ दे हेठले हिस्से ते 2-3 थावां ते 3-3 4-4 काने जां कानियां दी थां बांस दियां फटियां वाकड़ां बन दिंदे सन तां जो छज वरतन समय लिचके ना मजबूत रहे। आ देखो आ की ला दित्तियां, इत्थे लकड़ां ला दित्तियां ने तां जो ये छाजे ਉਹ ਲਿਫੇ ना मुड़े ना, ਇਹਦੀ मजबूती बनी रहे। ਇਹਦੇ थल्ले की ने सारे काने ने, आ एक एक करके सारा काना है, ਇਹਦੇ ਉੱਤੇ ਐ करके फट्टियां लाइयां होईयां ने भी ਇਹਦੀ मजबूती बरकरार रहे बनी रहे। ਇਹਨੂੰ ਕਿਹਦੇ ਨਾਲ ਜੋੜਿਆ ਜਾਂਦਾ? ਇਹਨੂੰ ਪੱਠੇ ਨਾਲ ਜੋੜਿਆ ਜਾਂਦਾ। ਪੱਠਾ ਕੀ ਆ? ਮਰੇ ਪਸ਼ੂਆਂ ਦੀਆਂ ਆਂਦਰਾਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਤਾਂ ਲੰਮੇ ਲੋੜ ਦੇ ਦੋਵੇਂ ਸਿਰਿਆਂ ਨੂੰ ਥੋੜੀ ਥੋੜੀ ਗੁਲਾਈ ਦਿੱਤੀ ਜਾਂਦੀ ਸੀ। ਆ ਦੇਖੋ ਥੋੜੀ ਥੋੜੀ ਐ ਕਰਕੇ ਗੁਲਾਈ ਦਿੱਤੀ ਹੋਈ ਆ। ਇਹ ਗੁਲਾਈ ਹੀ ਛੰਡਣ ਸਮੇਂ ਦਾਣਿਆਂ ਨੂੰ ਛੱਜ ਤੋਂ ਬਾਹਰ ਡਿੱਗਣ ਤੋਂ ਬਚਾਉਂਦੀ ਸੀ। ਇਸ ਤਰ੍ਹਾਂ ਛੱਜ ਬਣਦਾ ਸੀ। ਛੱਜਲੀ ਵੀ ਇਸੇ ਤਰ੍ਹਾਂ ਬਣਾਈ ਜਾਂਦੀ ਸੀ। ਛੱਜਲੀ ਛੱਜ ਨਾਲ ਤਕਰੀਬਨ ਦੁੱਗਣੇ ਕੁ ਆਕਾਰ ਦੀ ਹੁੰਦੀ ਸੀ। ਛੱਜਲੀ ਦੇ ਹੇਠਾਂ ਛੱਜ ਨਾਲੋਂ ਜ਼ਿਆਦਾ ਥਾਵਾਂ ਤੇ ਕਾਨੇ ਬਾਂਸ ਦੀਆਂ ਵਾਕੜਾਂ ਲਾਈਆਂ ਜਾਂਦੀਆਂ ਸਨ, ਕਿਉਂ ਜੋ ਛੱਜਲੀ ਵਿੱਚ ਜ਼ਿਆਦਾ ਦਾਣੇ ਪਾ ਕੇ ਉਡਾਈ ਕੀਤੀ ਜਾਂਦੀ ਸੀ। ਉਡਾਈ ਕੀ ਕੀਤੀ ਜਾਂਦੀ ਹੈ ਵੀ ਐਦਾਂ ਛੱਜਲੀ 'ਚ ਪਾ ਕੇ ਐਦਾਂ ਉੱਪਰ ਨੂੰ ਮਾਰਿਆ ਜਾਂਦਾ ਸੀ ਜਾਂ ਝਾਰਾ ਲਾਇਆ ਜਾਂਦਾ ਸੀ। ਇਹਦੇ ਵਿੱਚ ਮਾਤਰਾ ਜ਼ਿਆਦਾ ਪਾਈ ਜਾਂਦੀ ਸੀ ਤਾਂ ਇਹਦੀ ਮਜ਼ਬੂਤੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਨਾ। ਤਾਂ ਛੱਜਲੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਛੱਜਲੀ ਦੇ ਪਿਛਲੇ ਭੰਨਾਂ ਦੇ ਅਗਲੇ ਹਿੱਸੇ ਤੇ ਟਾਇਰਾਂ ਦੇ ਟੁਕੜੇ ਵੀ ਲਾ ਦਿੰਦੇ ਸਨ। ਭੰਨਾ ਕੀ ਹੁੰਦਾ ਵੀ ਆ ਰਿਹਾ, ਆ ਕੀ ਹੁੰਦਾ ਭੰਨਾ? ਇਹਦੇ ਅਗਲੇ ਪਾਸੇ ਭਾਈ ਕੀ ਲਾ ਦਿੱਤਾ ਜਾਂਦਾ? ਸਾਈਕਲਾਂ ਦੀਆਂ ਟਿਊਬਾਂ ਹੁੰਦੀਆਂ ਨੇ ਨਾ, ਉਹ ਲਾ ਦਿੱਤੀਆਂ ਜਾਂਦੀਆਂ ਨੇ ਵੀ ਇਹਦੀ ਮਜ਼ਬੂਤੀ ਬਣੀ ਰਵੇ। ਤਾਂ ਹੁਣ ਛੱਜਲੀਆਂ ਨੂੰ ਪੱਠੇ ਨਾਲ ਗੁੰਦਣ ਨਗੰਦਣ ਦੀ ਥਾਂ ਪਲਾਸਟਿਕ ਦੀਆਂ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕੋਈ ਛੱਜ ਸੁੱਟੇ ਨਾ ਚਲਾ ਜਾਏ ਵੀ ਇਹਦੇ ਵਿੱਚ ਤਾਂ ਪਸ਼ੂ ਦੀਆਂ ਨਾੜਾਂ ਨੂੰ ਸੁਕਾ ਕੇ ਬਣਾਇਆ ਜਾਂਦਾ, ਐਦਾਂ ਦੀ ਕੋਈ ਗੱਲ ਨਹੀਂ ਹੈ। ਲਓ ਵੀ ਅੱਗੇ ਆ ਗਿਆ ਬਾਹਲ ਬਣਾਉਣੇ। ਇਹ ਵੀ ਸਾਰੀ ਗੱਲ ਇਹਨਾਂ ਦੇ ਨਾਲ ਹੀ ਸੰਬੰਧਿਤ ਆ। ਐਨ ਸਾਰੀ ਗੱਲ ਆਪਾਂ ਲੜੀਵਾਰ ਪੜ੍ਹਦੇ ਆ ਰਹੇ ਹਾਂ, ਕੋਈ ਵੀ ਗੱਲ ਵਿੱਚ ਨਹੀਂ ਫਸ ਰਹੀ। ਜਿਵੇਂ ਹੀ ਆਪਾਂ ਪੜਿਆ ਵੀ ਛੱਜਲੀ ਨਾਲ ਬਾਹਲ ਬਣਦੇ ਸੀ, ਇੱਥੋਂ ਹੀ ਗੱਲ ਆਪਾਂ ਸ਼ੁਰੂ ਕਰ ਲੈਣੀ ਆ। ਤਾਂ ਬਿਲਕੁਲ ਛੋਟੀ ਜੀ ਗੱਲ ਆ। ਕਣਕ, ਜੌਂ, ਛੋਲਿਆਂ, ਸਰੋਂ, ਤਾਰਾ ਮੀਰਾ, ਮੋਠ, ਮੂੰਗੀ ਆਦਿ ਦੀ ਗਾਹੀ ਹੋਈ ਫਸਲ ਵਿੱਚੋਂ ਤੰਗਲੀਆਂ ਨਾਲ ਉਡਾਈ ਕਰਕੇ ਤੂੜੀ ਅੱਡ ਕੱਢ ਕੇ ਤੇ ਰਹਿੰਦੇ ਕੁੰਡੀਆਂ ਵਾਲੇ ਦਾਣਿਆਂ ਨੂੰ ਛੱਜਲੀਆਂ ਨਾਲ ਉਡਾਈ ਕਰਨ ਦੇ ਪਿੱਛੋਂ ਬਣੇ ਦਾਣਿਆਂ ਦੇ ਢੇਰ ਨੂੰ ਬਾਹਲ ਕਹਿੰਦੇ ਸਨ ਜਾਂ ਹਨ। ਸੌਖੀ ਗੱਲ ਆ। ਕੀ ਕਹਿ ਰਹੇ ਨੇ? ਤੁਹਾਨੂੰ ਕੱਲੀ ਕੱਲੀ ਗੱਲ ਦੱਸ ਦਿੱਤੀ ਵੀ ਫਸਲ ਨੂੰ ਗਾਉਣਾ ਕੀ ਹੁੰਦਾ ਹੈ, ਫਸਲ ਨੂੰ ਉਡਾਉਣਾ ਕੀ ਹੁੰਦਾ ਹੈ, ਕਿਹਦੇ ਨਾਲ ਉਡਾਇਆ ਜਾਂਦਾ, ਕਿਉਂ ਉਡਾਇਆ ਜਾਂਦਾ, ਕਿਵੇਂ ਉਡਾਇਆ ਜਾਂਦਾ, ਕਿਹੜੇ ਟਾਈਮ ਉਡਾਇਆ ਜਾਂਦਾ, ਉਹ ਸਾਰੀਆਂ ਗੱਲਾਂ ਦੱਸ ਦਿੱਤੀਆਂ। ਤਾਂ ਜਿਹੜੇ ਇੱਕ ਪਾਸੇ ਟਾਂਗਰ ਪਏ ਹੋਏ ਨੇ, ਇੱਕ ਪਾਸੇ ਦਾਣੇ ਪਏ ਹੋਏ ਨੇ, ਉਹਨਾਂ ਢੇਰਾਂ ਨੂੰ ਬਾਹਲ ਬਣਾਉਣਾ ਕਿਹਾ ਜਾਂਦਾ। ਕਲੀਅਰ? ਤਾਂ ਪੰਜਾਬ ਵਿੱਚ ਪਹਿਲਾਂ ਸਾਰੀ ਦੀ ਸਾਰੀ ਖੇਤੀ ਬਾਰਿਸ਼ਾਂ ਤੇ ਨਿਰਭਰ ਹੁੰਦੀ ਸੀ। ਬਾਰਿਸ਼ਾਂ ਪਵਾਉਣ ਲਈ ਲੋਕੀ ਰੱਬ ਦੀਆਂ ਮਿੰਨਤਾਂ ਕਰਦੇ ਹੁੰਦੇ ਸਨ। ਉਸ ਸਮੇਂ ਲੋਕਾਂ ਕੋਲ ਤਰਕ ਨਹੀਂ ਸੀ, ਇਸ ਲਈ ਮੀਂਹ ਪਵਾਉਣ ਲਈ ਲੋਕ ਮਿੱਠੇ ਚੌਲਾਂ ਦਾ ਜੱਗ ਕਰਦੇ ਹੁੰਦੇ ਸਨ। ਕੁੜੀਆਂ ਇਕੱਠੀਆਂ ਹੋ ਕੇ ਗੁੱਡੀਆਂ ਫੂਕਦੀਆਂ ਹੁੰਦੀਆਂ ਸਨ। ਅਸੀਂ ਆਪ ਫੂਕਦੇ ਰਹੇ ਹਾਂ ਮੀਂਹ ਪਵਾਉਣ ਲਈ। ਗੁੜ ਦੀਆਂ ਮਿੱਠੀਆਂ ਰੋਟੀਆਂ ਬਣਾ ਕੇ ਵੰਡੀਆਂ ਹੁੰਦੀਆਂ ਸਨ, ਵੰਡਦੀਆਂ ਹੁੰਦੀਆਂ ਸਨ ਤਾਂ ਜੋ ਰੱਬ ਖੁਸ਼ ਹੋ ਕੇ ਮੀਂਹ ਪਾਵੇ। ਜ਼ਿਮੀਂਦਾਰ ਮੋਟੇ ਅਨਾਜ, ਜਵਾਰ, ਬਾਜਰਾ, ਛੋਲੇ, ਜੌਂ, ਮੂੰਗੀ, ਮੋਠ, ਥੋੜੀ ਬਹੁਤੀ ਕਣਕ, ਮੱਕੀ ਤੇ ਕਪਾਹ ਬੀਜਦੇ ਸਨ। ਸਾਰੀ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਜਦ ਖੱਲਿਆਂ ਵਿੱਚ ਲੱਗੀ ਫਸਲ ਸੁੱਕ ਜਾਂਦੀ ਸੀ ਤਾਂ ਖਲੀਆਂ ਨੂੰ ਦੇਖੋ ਧਿਆਨ ਨਾਲ ਪੜਨਾ ਆਪਾਂ। ਇੱਥੇ ਖਲੀਆਂ ਆਏਗਾ। ਖਲੀਆਂ ਕੀ ਆ? ਵੱਡੀ ਹੋਈ ਫਸਲ ਨੂੰ ਜਦੋਂ ਇੱਕ ਥਾਂ ਤੇ ਜੜ ਦਿੱਤਾ ਜਾਂਦਾ ਸੀ ਉਹਨੂੰ ਖਲੀਆਂ ਕਿਹਾ ਜਾਂਦਾ। ਜਦ ਖਲੀਆਂ ਵਿੱਚ ਲੱਗੀ ਫਸਲ ਸੁੱਕ ਜਾਂਦੀ ਸੀ ਤਾਂ ਖਲੀਆਂ ਨੂੰ ਪਿੰਡ ਦੇ ਨੇੜੇ ਸ਼ਾਮਲੜ ਜ਼ਮੀਨਾਂ ਵਿੱਚ ਜਾਂ ਜਿਨ੍ਹਾਂ ਦੇ ਖੇਤ ਪਿੰਡ ਦੇ ਨੇੜੇ ਹੁੰਦੇ ਸਨ, ਗੱਡਿਆਂ ਰਾਹੀਂ ਢੋ ਕੇ ਪਿੰਡ ਪਾਏ ਜਾਂਦੇ ਸਨ। ਜਿੱਥੇ ਪਿੰਡ ਪਾਉਣਾ ਹੁੰਦਾ ਸੀ ਪਹਿਲਾਂ ਉਸ ਜ਼ਮੀਨ ਵਿੱਚੋਂ ਕਈਆਂ ਖੁਰਪਿਆਂ ਨਾਲ ਘਾਹ ਫੂਸ ਤੇ ਫਸਲ ਦੇ ਕਰਚਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਸਨ। ਫਿਰ ਉਸ ਥਾਂ ਤੇ ਉੱਠੀ ਮਿੱਟੀ ਨੂੰ ਪਾਣੀ ਛਿੜਕ ਕੇ ਜਮਾਇਆ ਜਾਂਦਾ ਸੀ।
ਫਸਲ ਨੂੰ ਫਲਿਆਂ ਨਾਲ ਗਾਇਆ ਜਾਂਦਾ ਸੀ। ਗਾਹੀ ਹੋਈ ਫਸਲ ਦੀਆਂ ਧੜਾਂ ਲਾਈਆਂ ਜਾਂਦੀਆਂ ਸਨ। ਇੱਥੇ ਤੱਕ ਸਾਰਾ ਕਿਰਿਆਕਰਮ ਸਮਝ ਲੱਗ ਗਿਆ ਵੀ ਪਿੜ ਪਾਉਣਾ ਕੀ ਹੁੰਦਾ। ਫਸਲ ਨੂੰ ਵੱਢ ਕੇ ਖਲੀਆਂ ਲਾਈਆਂ ਜਾਂਦੀਆਂ ਸੀ। ਖਲੀਆਂ ਜਦੋਂ ਸੁੱਕ ਜਾਂਦੀਆਂ ਸੀ ਉਹਨਾਂ ਨੂੰ ਚੱਕ ਕੇ ਪਿੜ ਵਾਲੀ ਥਾਂ ਤੇ ਲਿਆਇਆ ਜਾਂਦਾ ਸੀ। ਪਿੜ ਵਾਲੀ ਥਾਂ ਕਿਹੜੀ ਹੁੰਦੀ ਸੀ? ਜਿਹੜੀ ਪਿੰਡ ਦੇ ਨਜ਼ਦੀਕ ਹੁੰਦੀ ਸੀ। ਉਹ ਜ਼ਮੀਨ ਨੂੰ ਸਾਫ਼ ਕੀਤਾ ਜਾਂਦਾ ਸੀ। ਕਹੀ ਖੁਰਪੇ ਮਾਂਜਿਆਂ ਨਾਲ ਬੋਕਰ ਮਾਰ ਕੇ ਐਨ ਮਾਂਜ ਕੇ ਉਹਦੇ ਉੱਤੇ ਪਾਣੀ ਤਰੌਂਕ ਕੇ ਤਾਂ ਜੋ ਮਿੱਟੀ ਨਾ ਰਲੇ ਦਾਣਿਆਂ ਦੇ ਵਿੱਚ, ਤਾਂ ਉਹ ਜਗ੍ਹਾ ਇੱਕ ਪਿੜ ਬਣ ਜਾਂਦੀ ਹੁੰਦੀ ਸੀ। ਪਿੜ ਬਣਾਉਣਾ ਜਾਂ ਪਿੜ ਬੰਨਣਾ ਇਹਦਾ ਨਾਮ ਹੁੰਦਾ ਸੀ। ਸਾਰੇ ਪਿੰਡ ਦੀ ਫਸਲ ਦੇ ਦਾਣੇ ਇੱਥੇ ਨਿਕਲਦੇ ਹੁੰਦੇ ਸੀ। ਇਹ ਵੀ ਗੱਲ ਯਾਦ ਰੱਖਣੀ ਆ। ਤਾਂ ਧੜਾਂ ਲਾ ਲਈਆਂ ਜਾਂਦੀਆਂ ਸੀ। ਧੜਾਂ ਦੀ ਤੰਗਲੀ ਨਾਲ ਉਡਾਈ ਕੀਤੀ ਜਾਂਦੀ ਸੀ। ਧੜ ਕੀ ਹੁੰਦੇ ਨੇ? ਆ ਇੱਕ ਧੜ ਲੱਗਿਆ ਹੋਇਆ ਤੁਹਾਡੇ ਸਾਹਮਣੇ, ਕੀ ਹੈ? ਇੱਕ ਧੜ ਲੱਗਿਆ ਹੋਇਆ, ਤੰਗਲੀ ਨਾਲ ਇਹਦੀ ਉਡਾਈ ਕੀਤੀ ਜਾਂਦੀ ਆ। ਅੱਜ ਵੀ ਜੇ ਆਪਾਂ ਮੰਡੀ ਦੇ ਵਿੱਚ ਜਾ ਕੇ ਵੇਖਾਂਗੇ, ਬੇਸ਼ੱਕ ਮਸ਼ੀਨਾਂ ਨਾਲ ਸਾਰਾ ਕੁਝ ਹੁੰਦਾ, ਉਹ ਤੰਗਲੀ ਲੈ ਕੇ ਅੱਜ ਵੀ ਲੱਗੇ ਹੁੰਦੇ ਆ ਇਹਨੂੰ ਡਾਉਣ, ਵੀ ਕੋਈ ਮਿੱਟੀ, ਕੋਈ ਰੇਤਾ, ਕੋਈ ਕਾਨਾ, ਕੋਈ ਰਹਿ ਨਾ ਜਾਏ ਕੁਛ। ਉਡਾਈ ਨਾਲ ਤੂੜੀ ਵੱਖ ਅਤੇ ਦਾਣੇ ਵੱਖ ਹੋ ਜਾਂਦੇ ਸਨ, ਪਰ ਇਹਨਾਂ ਦਾਣਿਆਂ ਵਿੱਚ ਮੋਟੀਆਂ ਕੁੰਡੀਆਂ ਰਹਿ ਜਾਂਦੀਆਂ ਸਨ। ਇਹਨਾਂ ਮੋਟੀਆਂ ਕੁੰਡੀਆਂ ਵਾਲੀ ਕਣਕ, ਜੌਂ ਅਤੇ ਛੋਲਿਆਂ ਦੀ ਫਸਲ ਨੂੰ ਬਲਦਾਂ ਦੇ ਖੁਰਾਂ ਨਾਲ ਹੀ ਫੇਰ ਗਾਇਆ ਜਾਂਦਾ ਸੀ। ਫਲੇ ਨਹੀਂ ਪਾਏ ਜਾਂਦੇ ਸਨ। ਜਿੱਥੇ ਬੌਲ ਬਣਾਉਣੇ ਹੁੰਦੇ ਸਨ ਉਸ ਥਾਂ ਤੇ ਪਾਣੀ ਛਿੜਕਿਆ ਜਾਂਦਾ ਸੀ ਤਾਂ ਜੋ ਬੌਲ ਵਿੱਚ ਮਿੱਟੀ ਨਾ ਰਲ ਸਕੇ। ਕੁੰਡੀਆਂ ਵਾਲੀ ਫਸਲ ਦੇ ਦਾਣਿਆਂ ਨੂੰ ਫੇਰ ਛੱਜਲੀਆਂ ਵਿੱਚ ਭਰ ਕੇ ਪਹਿਲਾਂ ਸਿਰ ਤੇ ਰੱਖਦੇ ਸਨ। ਫਿਰ ਦੋਨਾਂ ਹੱਥਾਂ ਨਾਲ ਛੱਜਲੀਆਂ ਨੂੰ ਸਿਰ ਤੋਂ ਉੱਪਰ ਚੁੱਕ ਕੇ ਇੱਕ ਹੱਥ ਨੂੰ ਛੱਜਲੀ ਦੇ ਵਿਚਾਲੇ ਜਿਹੇ ਰੱਖ ਕੇ ਤੇ ਦੂਸਰੇ ਹੱਥ ਨੂੰ ਛੱਜਲੀ ਦੇ ਇੱਕ ਸਿਰੇ ਜਿਹੇ ਨਾਲ ਲਾ ਕੇ ਹਿਲਾਉਂਦੇ ਰਹਿੰਦੇ ਸਨ। ਭਾਵ ਕਿ ਇਦਾਂ ਕਰਕੇ ਕੀ ਕਰਦੇ ਆ? ਹਿਲਾਉਂਦੇ ਰਹਿੰਦੇ ਆ। ਆ ਮੰਨ ਲਓ ਵੀ ਛੱਜ ਮੇਰਾ ਸੈਂਟਰ ਦੇ ਵਿੱਚ ਆ, ਹੱਥ ਤੇ ਇੱਕ ਪਾਸੇ ਫੜਿਆ ਹੋਇਆ, ਇਦਾਂ ਕਰਕੇ ਕਰਦੇ ਹੁੰਦੇ ਸੀ। ਤਾਂ ਸ਼ਬਦਾਂ ਨੂੰ ਜਦੋਂ ਆਪਾਂ ਪ੍ਰੈਕਟੀਕਲ ਇਦਾਂ ਬਣਾ ਕੇ ਵੇਖਾਂਗੇ, ਸ਼ਬਦਾਂ ਤੋਂ ਜਦੋਂ ਤਸਵੀਰ ਬਣੇਗੀ ਸਾਡੇ ਜ਼ਿਹਨ ਦੇ ਵਿੱਚ, ਤਾਂ ਗੱਲ ਆਪੀ ਸਮਝ ਆ ਜਾਣੀ ਆ। ਹਵਾ ਨਾਲ ਦਾਣਿਆਂ ਵਿੱਚੋਂ ਕੁਝ ਕੁੰਡੀਆਂ ਬੌਲ ਦੇ ਉੱਪਰ ਡਿੱਗ ਜਾਂਦੀਆਂ ਸਨ। ਉਹਨਾਂ ਕੁੰਡੀਆਂ ਨੂੰ ਬੌਲ ਕੌਲ ਰੜਕਾ ਲਈ ਬੈਠਾ ਬੰਦਾ ਬੌਲ ਤੋਂ ਲਾਉਂਦਾ ਰਹਿੰਦਾ ਸੀ। ਇਸ ਤਰ੍ਹਾਂ ਸਾਰੀ ਫਸਲ ਦਾ ਬੌਲ ਬਣਾਉਂਦੇ ਸਨ। ਕਲੀਅਰ ਹੋ ਗਈ ਗੱਲ? ਵੀ ਮੰਨ ਲਓ ਵੀ ਇੱਥੇ ਬੰਦਾ ਖੜਾ ਹੈ, ਇਹਦੇ ਹੱਥ ਦੇ ਵਿੱਚ ਕੀ ਆ? ਛੱਜ। ਇੱਥੇ ਕੀ ਡਿੱਗ ਰਿਹਾ? ਦਾਣੇ। ਆ ਦਾਣਿਆਂ ਨੇ ਕੀ ਕਰ ਦਿੱਤਾ? ਢੇਰ ਲਾ ਦਿੱਤਾ। ਤਾਂ ਆ ਜਿਹੜਾ ਢੇਰ ਬਣ ਰਿਹਾ, ਜੋ ਸਾਰਾ ਢੇਰ ਬਣਿਆ ਹੋਇਆ, ਇਸੇ ਨੂੰ ਬੌਲ ਕਹਿੰਦੇ ਆ। ਬੌਲ ਬਣਾਉਣਾ। ਕਲੀਅਰ ਹੋ ਗਈ ਗੱਲ? ਚਲੋ ਬਈ ਅੱਗੇ। ਬੌਲ ਨੂੰ ਪਿੱਛੇ ਨੂੰ ਧੱਕਣ ਲਈ ਇੱਕ ਬੜਾ ਫੋੜਾ ਹੁੰਦਾ ਸੀ। ਫੋੜਾ ਕੀ ਹੈ? ਆ ਪਿਆ ਫੋੜਾ। ਇਹ ਐਦਾਂ ਕਰਕੇ ਹੁੰਦਾ ਫੋੜਾ। ਆ ਕਰਕੇ ਇੱਕ ਫੋੜਾ ਬਣਾਇਆ ਹੁੰਦਾ, ਜਿਸ ਨੂੰ ਸੱਬਰ ਕੱਤਾ ਵੀ ਕਹਿੰਦੇ ਹਨ। ਲੋ ਵੀ ਫੋੜੇ ਨੂੰ ਹੋਰ ਕੀ ਕਿਹਾ ਜਾਂਦਾ ਹੈ? ਸੱਬਰ ਕੱਤਾ। ਲੱਕੜ ਦੇ ਇੱਕ 5 ਫੁੱਟ ਪਤਲੀ ਸੋਟੀ ਦੇ ਸਿਰੇ ਤੇ 1.5 ਫੁੱਟ ਲੰਮਾ ਤੇ ਫੁੱਟ ਕੁ ਚੌੜਾ ਫੱਟੇ ਵਿੱਚ ਸੁਰਾਖ ਕੱਢ ਕੇ ਜੋੜੇ ਗਏ ਫੱਟੇ ਨੂੰ ਸਰਬੱਕਾ ਕਹਿੰਦੇ ਸਨ। ਫੱਟੇ ਦੇ ਪਿਛਲੇ ਪਾਸੇ ਸਟੀ ਵਿੱਚ ਫਾਲ ਲਾਈ ਜਾਂਦੀ ਸੀ। ਇਸ ਨੂੰ ਧਤੂਰੀ ਕਹਿੰਦੇ ਸਨ। ਇਸ ਸੱਬਰ ਕੱਤੇ ਫੌੜੇ ਨੂੰ ਜੇਕਰ ਕਿਸੇ ਦੇ ਮਾਰਿਆ ਜਾਂਦਾ ਸੀ ਤਾਂ ਤੰਬਖਤੀ ਲਿਆ ਦਿੰਦਾ ਸੀ। ਇਸ ਦੀ ਸੱਟ ਬਹੁਤ ਭੈੜੀ ਮੰਨੀ ਜਾਂਦੀ ਸੀ। ਜੇ ਜੱਟ ਵਿਗੜ ਗਿਆ ਢੋਹੀ ਤੋੜ ਦਿਉ ਮਾਰ ਕੇ 4 ਕੁ ਫੌੜੇ। ਲਓ ਵੀ ਫੌੜਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਸੀ। ਜਦੋਂ ਬੌਲ ਬਣਾਉਣਾ ਹੁੰਦਾ ਸੀ ਤਾਂ ਫੌੜਾ ਕਿਸ ਕੰਮ ਆਉਂਦਾ ਸੀ? ਬਣੇ ਹੋਏ ਬੌਲ ਨੂੰ, ਖਿਲਰੇ ਹੋਏ ਦਾਣਿਆਂ ਨੂੰ ਇਦਾਂ ਪੁੱਠਾ ਫੇਰ ਕੇ ਕੀ ਕਰ ਦਿੰਦੇ ਸੀਗੇ? ਪਿੱਛੇ ਕਰ ਦਿੰਦੇ ਸੀ। ਦਾਣਿਆਂ ਨੂੰ ਪਿੱਛੇ ਨੂੰ ਧੱਕ ਦਿੰਦੇ ਹੁੰਦੇ ਸੀ। ਤਾਂ ਉਹਦੇ ਉੱਤੇ ਇੱਕ ਤੁਕ ਵੀ ਬਣੀ ਹੋਈ ਆ, ਗੀਤ ਵੀ ਬਣਿਆ ਹੋਇਆ। ਫੋੜਾ ਪਸ਼ੂਆਂ ਦੇ ਗੋਹੇ ਨੂੰ ਪਿੱਛੇ ਹਟਾਉਣ ਲਈ ਵੀ ਕੰਮ ਆਉਂਦਾ ਸੀ। ਇੱਕ ਹੀ ਚੀਜ਼ ਆ, ਦੂਰਾ ਕੰਮ ਕਰਦੀ ਆ। ਤਾਂ ਫੋੜਾ ਸਿਰਫ ਦਾਣਿਆਂ ਵਾਸਤੇ ਨਹੀਂ ਸੀ ਹੁੰਦਾ, ਪਸ਼ੂਆਂ ਦੇ ਗੋਹੇ ਨੂੰ ਵੀ ਚੁੱਕਣ ਦੇ ਕੰਮ ਆਉਂਦਾ ਸੀ। ਜਦ ਬੌਲ ਬਣ ਜਾਂਦਾ ਸੀ ਤਾਂ ਉਸ ਨੂੰ ਸਾਰੇ ਪਾਸਿਆਂ ਤੋਂ ਸੱਬਰ ਕੱਤ ਨਾਲ ਉੱਪਰ ਨੂੰ ਕੀਤਾ ਜਾਂਦਾ ਸੀ। ਬੌਲ ਦਾ ਹੇਠਲਾ ਆਕਾਰ ਜ਼ਿਆਦਾ ਹੁੰਦਾ ਸੀ। ਜਿਉਂ-ਜਿਉਂ ਉੱਪਰ ਨੂੰ ਹੁੰਦਾ ਜਾਂਦਾ ਸੀ ਇਹ ਆਕਾਰ ਘਟਦਾ ਜਾਂਦਾ ਸੀ। ਬੌਲ ਨੂੰ ਉੱਪਰ ਤੋਂ ਥੋੜਾ ਪੱਧਰਾ ਕੀਤਾ ਜਾਂਦਾ ਸੀ। ਜਦ ਬੌਲ ਬਣ ਜਾਂਦਾ ਸੀ ਤਾਂ ਬੌਲ ਦੇ ਨਾਲ ਛੱਜਲੀਆਂ, ਤੰਗਲੀਆਂ, ਸੱਬਰ ਕੱਤਾ, ਰੜਕਾ ਅਤੇ ਹੋਰ ਦਾਣੇ ਕੱਢਣ ਵਾਲੇ ਸੰਦ ਰੱਖਣ ਦਾ ਸ਼ਗਨ ਹੁੰਦਾ ਸੀ। ਰੜਕਾ ਕੀ ਹੁੰਦਾ ਬਈ? ਝਾੜੂ। ਤਾਂ ਸਾਰੀ ਗੱਲ ਜ਼ਿਹਨ ਦੇ ਵਿੱਚ ਪਾ ਲੈਣੀ ਆਪਾਂ। ਇੱਥੇ ਕੀ ਆ ਵੀ ਜਦੋਂ ਬੌਲ ਬਣ ਗਿਆ, ਛੱਜਲੀ ਆ ਗਈ, ਫੋੜਾ ਆ ਗਿਆ, ਤੰਗਲੀ ਆ ਗਈ, ਰੜਕਾ ਆ ਗਿਆ, ਜਾਂ ਹੋਰ ਵੀ ਖੇਤੀ ਦੇ ਜਿਹੜੇ ਸੰਦ ਨੇ ਉਹ ਰੱਖ ਕੇ ਸ਼ਗਨ ਕੀਤਾ ਜਾਂਦਾ ਹੁੰਦਾ ਸੀਗਾ।
ਜੇਕਰ ਬੋਹਲ ਉਸ ਸਮੇਂ ਹੀ ਘਰ ਢੋਣਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਸ਼ਰਧਾ ਅਨੁਸਾਰ ਵਿੱਤ ਅਨੁਸਾਰ ਕੁਝ ਦਾਣੇ ਪਿੰਡ ਦੇ ਗੁਰਦੁਆਰੇ, ਕੁਟੀਆ ਜਾਂ ਪਰਿਵਾਰ ਜਿਸ ਥਾਂ ਦੀ ਮਾਨਤਾ ਕਰਦਾ ਹੁੰਦਾ ਸੀ ਲਈ ਕੱਢ ਕੇ ਇੱਕ ਪਾਸੇ ਰੱਖੇ ਜਾਂਦੇ ਸਨ। ਸਾਨੂੰ ਸਾਡੇ ਫਾਦਰ ਸਾਹਿਬ ਇਹ ਗੱਲਾਂ ਸਮਝਾਉਂਦੇ ਹੁੰਦੇ ਸੀਗੇ ਵੀ ਇਹ ਅਸੀਂ ਬੋਹਲ ਆਪ ਬਣਾਉਂਦੇ ਰਹੇ ਹਾਂ। ਉਹਨਾਂ ਦੇ ਕੋਲ ਬਹਿ ਕੇ ਇਹ ਮੈਂ ਕਲਾਸਾਂ ਬਣਾਈਆਂ ਹੋਈਆਂ ਨੇ, ਉਹਨਾਂ ਨੇ ਮੈਨੂੰ ਬੜੀਆਂ ਸੋਹਣੀਆਂ ਗੱਲਾਂ ਸਮਝਾਈਆਂ ਹੋਈਆਂ ਨੇ। ਜੇਕਰ ਬੋਹਲ ਉਸ ਸਮੇਂ ਹੀ ਘਰ ਢੋਣਾ ਹੋਵੇ ਤਾਂ ਘਰ ਢੋਣਾ ਭਾਵ ਕਿ ਜੇ ਦਾਣੇ ਘਰ ਨੂੰ ਲੈ ਕੇ ਜਾਣੇ ਹੁੰਦੇ ਸੀ ਤਾਂ ਉਹਦੇ ਵਿੱਚੋਂ ਪਹਿਲਾਂ ਹੀ ਆਪਣੀ ਹੈਸੀਅਤ ਅਨੁਸਾਰ, ਆਪਣੀ ਵਿੱਤ ਅਨੁਸਾਰ ਪਹਿਲਾਂ ਹੀ ਦਾਨ ਦੇ ਰੂਪ ਵਿੱਚ ਗਰੀਬਾਂ ਗੁਰਬਿਆਂ ਨੂੰ ਵੰਡ ਦਿੱਤਾ ਜਾਂਦਾ ਸੀ। ਇਹ ਦਾਣੇ ਬੋਹਲ ਚੁੱਕਣ ਤੋਂ ਪਹਿਲਾਂ ਜਾਂ ਪਿੱਛੋਂ ਇਹਨਾਂ ਥਾਵਾਂ ਤੇ ਪਹੁੰਚਾ ਦਿੱਤੇ ਜਾਂਦੇ ਸਨ। ਫਿਰ ਬੋਹਲ ਨੂੰ ਪੰਡਾ ਬੰਨ੍ਹ ਕੇ ਸਿਰ ਤੇ ਜਾਂ ਗੱਡਿਆਂ ਵਿੱਚ ਰੱਖ ਕੇ ਘਰ ਢੋ ਲਿਆ ਜਾਂਦਾ ਸੀ। ਜੇਕਰ ਬੋਹਲ ਬਣਾਉਂਦਿਆਂ ਦੇਰ ਹੋ ਜਾਂਦੀ ਸੀ ਤਾਂ ਬੋਹਲ ਨੂੰ ਪੱਟੀਆਂ ਤੇ ਦਲਿਆਂ ਨਾਲ ਢੱਕ ਦਿੱਤਾ ਜਾਂਦਾ ਸੀ। ਬੋਹਲ ਦੇ ਉੱਪਰ ਅਤੇ ਨਾਲ 1-2 ਬੰਦੇ ਰਾਖੀ ਲਈ ਪਾ ਦਿੱਤੇ ਜਾਂਦੇ ਸੀ। ਫਿਰ ਸਵੇਰੇ ਉੱਠ ਕੇ ਬੋਹਲ ਨੂੰ ਘਰ ਢੋ ਲਿਆ ਜਾਂਦਾ ਸੀ। ਜਿਨ੍ਹਾਂ ਜ਼ਿਮੀਂਦਾਰਾਂ ਨੇ ਸੀਰੀ ਰੱਖੇ ਹੁੰਦੇ ਸਨ ਉਹਨਾਂ ਸੀਰੀਆਂ ਨੂੰ ਹੋਈ ਫਸਲ ਵਿੱਚੋਂ ਕੁਝ ਹਿੱਸੇ ਦੇਣੇ ਕੀਤੇ ਹੁੰਦੇ ਸੀ। ਉਹ ਜ਼ਿਮੀਂਦਾਰ ਪਿੜਾਂ ਵਿੱਚ ਹੀ ਬੋਹਲਾਂ ਨੂੰ ਬਾਣੀਏ ਤੋਂ ਤਲਵਾਉਂਦੇ ਸਨ ਜਾਂ ਪੀਪਿਆਂ ਨਾਲ ਬੋਹਲ ਦੀ ਮਿਣਤੀ ਕਰਕੇ ਸੀਰੀ ਦਾ ਬਣਦਾ ਹਿੱਸਾ ਪਿੜ ਵਿੱਚ ਹੀ ਦੇ ਦਿੰਦੇ ਸਨ। ਕਲੀਅਰ ਹੋ ਗਈ ਗੱਲ। ਉਹਨਾਂ ਸਮਿਆਂ ਵਿੱਚ ਫਸਲਾਂ ਦੇ ਭਾਅ ਬਹੁਤੇ ਚੰਗੇ ਨਹੀਂ ਹੁੰਦੇ ਸਨ। ਕਈ ਵਾਰ ਜ਼ਿਮੀਂਦਾਰ ਆਪਣਾ ਸਾਰਾ ਬੋਹਲ ਵੀ ਵੇਚ ਦਿੰਦੇ ਸਨ, ਪਰ ਫਿਰ ਵੀ ਥੋੜੇ ਜਿਹੇ ਪੈਸੇ ਹੀ ਜ਼ਿਮੀਂਦਾਰ ਦੇ ਵੱਟੇ ਜਾਂਦੇ ਸਨ। ਉਸ ਸਮੇਂ ਦਾ ਟੱਪਾ ਹੈ। ਛਿੱਲਾਂ 15 ਨਾ ਜੱਟ ਨੂੰ ਥਿਆਈਆਂ, ਬੋਹਲ ਸਾਰਾ ਵੇਚ ਕੱਤਿਆ। ਛਿੱਲਾਂ ਕੀ ਹੁੰਦੀਆਂ ਨੇ? ਪੈਸਾ। ਕਹਿੰਦੇ ਛਿੱਲਾਂ 15 ਨਾ ਜੱਟ ਨੂੰ ਥਿਆਈਆਂ, ਬੋਹਲ ਸਾਰਾ ਵੇਚ ਕੱਤਿਆ। ਛਿੱਲਾਂ ਪੈਸਿਆਂ ਨੂੰ ਕਿਹਾ ਜਾਂਦਾ। ਬੋਹਲ ਬਣਾਉਣ ਤੋਂ ਪਿੱਛੋਂ ਥੋੜੇ ਦਾਣੇ ਫੇਰ ਵੀ ਕੁੰਡੀਆਂ ਵਿੱਚ ਰਹਿ ਜਾਂਦੇ ਸਨ। ਇਹਨਾਂ ਕੁੰਡੀਆਂ ਨੂੰ ਫੇਰ ਬਲਦਾਂ ਤੇ ਖੁਰਾਂ ਨਾਲ ਹੀ ਗਾਇਆ ਜਾਂਦਾ ਸੀ। ਜਿਹੜੇ ਦਾਣੇ ਇਹਨਾਂ ਕੁੰਡੀਆਂ ਵਿੱਚੋਂ ਨਿਕਲਦੇ ਉਹਨਾਂ ਦਾਣਿਆਂ ਨੂੰ ਗਰੀਬ ਗੁਰਬਿਆਂ ਵਿੱਚ ਮੁਫਤ ਵੰਡਣ ਲਈ ਪਿੰਡ ਵਿੱਚ ਹੋਕਾ ਦਿੱਤਾ ਜਾਂਦਾ ਸੀ। ਜਿਵੇਂ ਜਿਵੇਂ ਬੁੜੇ ਬੁੜੀਆਂ ਮੁੰਡੇ ਕੁੜੀਆਂ ਆਈ ਜਾਂਦੇ ਸਨ ਉਹਨਾਂ ਦੀ ਝੱਗਿਆਂ ਦੇ ਪੱਲਿਆਂ ਵਿੱਚ ਹੱਥਾਂ ਦੇ ਬੁੱਕਾਂ ਨਾਲ ਦਾਣੇ ਪਾਏ ਜਾਂਦੇ ਸਨ। ਇਹਨਾਂ ਦਾਣਿਆਂ ਦੀ ਵੰਡ ਨੂੰ ਰੀੜੀ ਵੰਡਣਾ ਕਹਿੰਦੇ ਸਨ। ਰੀੜੀ ਵੰਡਣਾ ਹਾੜੀ ਦੇ ਦਾਣੇ ਕੱਢਣ ਦੀ ਆਖਰੀ ਕੜੀ ਹੁੰਦੀ ਸੀ। ਲਓ ਇੱਥੇ ਜਾ ਕੇ ਇਹਦੀ ਸਮਾਪਤੀ ਹੁੰਦੀ ਆ। ਤਾਂ ਆ ਰੀੜੀ ਬਾਰੇ ਸਾਡੇ ਫਾਦਰ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਵੀ ਅਸੀਂ ਆਪ ਰੀੜੀ ਲੈਣ ਜਾਂਦੇ ਹੁੰਦੇ ਸੀ। ਉਹ ਕਹਿੰਦੇ ਸੀ ਜਿਵੇਂ ਹੀ ਸਕੂਲ ਤੋਂ ਛੁੱਟੀ ਹੋਣੀ ਅਸੀਂ ਆਪਣਾ ਸਕੂਲ ਵਾਲਾ ਝੋਲਾ ਚੱਕ ਕੇ ਹੀ ਮੰਡੀ 'ਚ ਪਹੁੰਚ ਜਾਂਦੇ ਹੁੰਦੇ ਸੀ। ਤਾਂ ਜਿੱਥੇ ਭਾਵ ਕਿ ਅੱਜ ਤਾਂ ਮੰਡੀ ਆ ਉਸ ਨੂੰ ਪਿੜ ਕਹਿ ਲਿਆ ਜਾ ਸਕਦਾ, ਉੱਥੇ ਬੋਹਲ ਬਣੇ ਹੋਏ ਨੇ। ਤਾਂ ਜ਼ਿਮੀਂਦਾਰ ਥੋੜੀ ਬੁੱਕ ਪਾ ਕੇ ਬੱਚਿਆਂ ਨੂੰ ਦਿੰਦਾ ਹੁੰਦਾ ਸੀ ਤਾਂ ਇਹਨੂੰ ਰੀੜੀ ਕਿਹਾ ਜਾਂਦਾ ਸੀ। ਤਾਂ ਇਹ ਰਿਵਾਜ, ਇਹ ਰਸਮ ਪੁੱਛੀ ਜਾ ਸਕਦੀ ਹੈ ਵੀ ਰੀੜੀ ਦੀ ਜੋ ਰਸਮ ਜਾਂ ਰਿਵਾਜ ਜਾਂ ਰੀਤ ਹੈਗੀ ਆ ਉਹ ਕਿਹਦੇ ਨਾਲ ਸੰਬੰਧਿਤ ਮੰਨੀ ਜਾਏਗੀ। ਕਲੀਅਰ ਹੋਈ? ਤਾਂ ਇਹ ਬੋਹਲ ਬਣਾਉਣ ਦੇ ਨਾਲ ਜਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਏਗੀ। ਤਿੰਗੜ ਬਾਰੇ ਗੱਲਾਂ ਪੜ੍ਹੀਏ। ਤਾਂ ਤਿੰਗੜ ਬਾਰੇ ਗੱਲਾਂ ਪੜ੍ਹਦੇ ਆ ਆਪਾਂ। ਤਿੰਗੜ ਖੇਤੀ ਵਿੱਚ ਕੰਮ ਆਉਣ ਵਾਲੀ ਇੱਕ ਵਸਤ ਹੁੰਦੀ ਸੀ ਜਾਂ ਹੈ। ਇਹ ਸਣ ਦੀ ਰੱਸੀ ਦੀ ਛੇਕਦਾਰ ਬਣੀ ਹੁੰਦੀ ਸੀ। ਲਓ ਵੀ ਫੇਰ ਆ ਗਿਆ ਸਣ ਦੀ ਰੱਸੀ ਕੀ ਹੁੰਦੀ ਆ। ਮੈਂ ਤੁਹਾਨੂੰ ਵਾਰ-ਵਾਰ ਪੁੱਛ ਰਿਹਾ ਵੀ ਮੈਨੂੰ ਦੱਸ ਦਿਓ ਸਣ ਕੀ ਹੁੰਦੀ ਆ, ਸਣ ਕੀ ਹੁੰਦੀ ਆ। ਪਹਿਲਾਂ ਮੈਂ ਦੱਸ ਕੇ ਆਇਆ। ਤਾਂ ਇਹ ਆਮ ਤੌਰ ਤੇ 7-8 ਫੁੱਟ ਵਰਗਕਾਰ ਦੀ ਹੁੰਦੀ ਸੀ। ਇਸ ਤੋਂ ਛੋਟੇ ਆਕਾਰ ਦੀ ਵੀ ਹੁੰਦੀ ਸੀ ਜਿਸ ਨੂੰ ਤਿੰਗੜ ਕਹਿੰਦੇ ਸਨ। ਇਸ ਦੇ ਚਾਰੇ ਕਾਨਿਆਂ ਤੇ 2-3 ਫੁੱਟ ਦੇ ਪਤਲੇ ਰੱਸੇ ਬੰਨੇ ਹੁੰਦੇ ਸਨ। ਇਸ ਦੀ ਵਰਤੋਂ ਪਸ਼ੂਆਂ ਦੇ ਪੱਠੇ ਊਂਠ ਤੇ ਲਿਆਉਣ ਸਮੇਂ ਜ਼ਿਆਦਾ ਕੀਤੀ ਜਾਂਦੀ ਸੀ। ਪੱਠਿਆਂ ਨੂੰ ਤਿੰਗੜ ਵਿੱਚ ਬੰਨ ਕੇ ਊਂਠ ਦੀ ਪਿੱਠ ਦੇ ਦੋਵੇਂ ਪਾਸੇ ਲਟਕਾ ਦਿੰਦੇ ਸਨ। ਖੇਤਾਂ ਵਿੱਚੋਂ ਚੁਗੇ ਕਪਾਹ ਨਰਮੇ ਦੀਆਂ ਪੰਡਾਂ ਨੂੰ ਤਿੰਗੜ ਵਿੱਚ ਬੰਨ ਕੇ ਊਂਠ ਦੇ ਉੱਪਰ ਦੋਵੇਂ ਪਾਸੇ ਲੱਦ ਕੇ ਲਿਆਉਂਦੇ ਸਨ। ਬਰਸੀਨ ਵੱਢ ਕੇ ਵੀ ਤਿੰਗੜ ਵਿੱਚ ਬੰਨ ਕੇ ਲਿਆਉਂਦੇ ਸਨ। ਇਹ ਤਿੰਗੜ ਮੈਂ ਇਹਨਾਂ ਆਪਣੀਆਂ ਅੱਖਾਂ ਨਾਲ ਵੇਖਿਆ ਹੋਇਆ। ਸਾਡੇ ਨਾਨਕੇ ਇਹ ਤਿੰਗੜ ਹੁੰਦੇ ਸੀ। ਸਾਡੇ ਨਾਨਕਿਆਂ ਕੋਲ ਊਂਠ ਵੀ ਹੁੰਦਾ ਸੀ। ਉੱਥੇ ਮੈਂ ਇਹ ਚੀਜ਼ ਵੇਖੀ ਆ। ਉਹਨਾਂ ਕੋਲ ਪਸ਼ੂ ਬਹੁਤ ਸੀਗੇ। ਉਹਨਾਂ ਨੇ ਊਂਠ ਦੇ ਉੱਤੇ ਇਹਨੂੰ ਤਿੰਗੜ ਨੂੰ ਇਦਾਂ ਕਰਕੇ ਵਿਛਾ ਦੇਣਾ, ਉਹਦੇ ਉੱਤੇ ਪੰਡਾ ਰੱਖ ਦੇਣੀਆਂ, 2-2 3-3 ਪੰਡਾਂ ਨੂੰ ਐ ਤਿੰਗੜ ਦੇ ਉੱਤੇ ਬੰਨ ਲੈਣਾ। ਪੰਡ ਇੱਕ ਅਲੱਗ ਚੀਜ਼ ਆ ਤਾਂ ਤਿੰਗੜ ਇੱਕ ਅਲੱਗ ਚੀਜ਼ ਆ। ਇਹ ਗੱਲ ਯਾਦ ਰੱਖਿਓ। ਪਹਿਲੇ ਸਮਿਆਂ ਵਿੱਚ ਕਪਾਹਾਂ ਵਿੱਚ ਪਸ਼ੂਆਂ ਲਈ ਗਾਜਰਾਂ ਬੀਜਦੇ ਸਨ। ਗਾਜਰਾਂ ਨੂੰ ਭੇਜਿਆ ਸਮੇਤ ਪੁੱਟ ਕੇ ਤਿੰਗੜ ਵਿੱਚ ਬੰਨ ਕੇ ਊਠਾਂ ਰਾਹੀਂ ਢਾਇਆ ਜਾਂਦਾ ਸੀ। ਖੇਤਾਂ ਵਿੱਚੋਂ ਜੋ ਹੋਰ
ਕੁੱਖ ਪੱਠਾ ਖੱਬਲ ਆਦ ਨਿਕਲਦਾ ਸੀ, ਉਹ ਵੀ ਤਿੰਗੜ ਤਿੰਗੜੀਆਂ ਨਾਲ ਢੋਇਆ ਜਾਂਦਾ ਸੀ। ਕਈ ਤਿੰਗੜ ਵੱਡੇ ਆਕਾਰ ਦੇ ਬਣਾਏ ਜਾਂਦੇ ਸਨ, ਜਿਨ੍ਹਾਂ ਦੀ ਲੰਬਾਈ 16-18 ਫੁੱਟ ਤੱਕ, ਚੌੜਾਈ 10-12 ਫੁੱਟ ਤੱਕ ਹੁੰਦੀ ਸੀ। ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੇ ਨਾਨਕੇ ਬਹੁਤ ਵੱਡਾ ਸਾਰਾ ਇੱਕ ਤਿੰਗੜ ਹੁੰਦਾ ਸੀ, ਜਿਹਦੇ ਵਿੱਚ ਉਹ 3-3 ਪੰਡਾਂ ਵੀ ਇਕੱਠੀਆਂ ਬੰਨ ਲੈਂਦੇ ਹੁੰਦੇ ਸਨ। ਪੰਡਾਂ ਨੂੰ ਵੀ ਅੱਗੋਂ ਤਿੰਗੜ ਦੇ ਨਾਲ ਬੰਨ ਲਿਆ ਜਾਂਦਾ ਸੀ, ਤਾਂ ਦੂਰੋਂ ਊਠ ਦੇ ਉੱਤੇ ਉਹ ਲੱਦ ਕੇ ਲੈ ਕੇ ਆਉਂਦੇ ਸੀ, ਜਾਂ ਜਿਵੇਂ ਰੇੜੀਆਂ ਦੇ ਉੱਤੇ, ਜਿਵੇਂ ਊਠਾਂ ਦੇ ਪਿੱਛੇ ਰੇੜੀਆਂ ਰੇੜੇ ਪਾਏ ਜਾਂਦੇ ਸੀ, ਉਹਨਾਂ ਦੇ ਉੱਤੇ ਵੀ ਤਿੰਗੜ ਨਾਲ ਬੰਨ ਕੇ ਪੰਡਾਂ ਨੂੰ ਰੱਖ ਲਿਆ ਜਾਂਦਾ ਸੀ, ਤਾਂ ਜੋ ਊਠ ਜੇ ਸ਼ਰਾਰਤ ਵੀ ਕਰੇ ਤਾਂ ਤਿੰਗੜ ਸਾਰਾ ਡਿੱਗਣ ਨਹੀਂ ਦਊਗਾ। ਇਹਨਾਂ ਤਿੰਗੜਾਂ ਨੂੰ ਤੂੜੀ ਦੀਆਂ ਧੜਾਂ ਤੇ ਦੇਣ ਲਈ ਵਰਤਿਆ ਜਾਂਦਾ ਸੀ। ਲਓ ਵੀ ਹੋਰ ਤਿੰਗੜ ਨੂੰ ਕਿੱਥੇ ਵਰਤਿਆ ਜਾਂਦਾ? ਤੂੜੀ ਦੇ ਧੜਾਂ ਤੇ ਉੱਪਰ, ਜੋ ਤੇਜ਼ ਹਨੇਰੀ ਵਿੱਚ ਤੂੜੀ ਉੱਡ ਨਾ ਜਾਵੇ। ਅਸਮਾਨ ਵਿੱਚ ਇੱਕ ਜ਼ਿਆਦਾ ਚਮਕਣ ਵਾਲੀ 3 ਤਾਰਿਆਂ ਦਾ ਸਮੂਹ ਹੈ, ਜਿਸ ਨੂੰ ਤਿੰਗੜ ਤਿੰਗੜੀ ਕਹਿੰਦੇ ਹਨ। ਲਓ ਵੀ 3 ਤਾਰੇ ਆਪਾਂ ਵੇਖੇ ਆ ਆਸਮਾਨ ਦੇ ਵਿੱਚ, ਉਹਨਾਂ ਨੂੰ ਵੀ ਤਿੰਗੜ ਤਿੰਗੜੀ ਕਿਹਾ ਜਾਂਦਾ। ਇਹਨਾਂ 3 ਤਾਰਿਆਂ ਦੀ ਚਾਲ ਨੂੰ ਵੇਖ ਕੇ ਹੀ ਪਹਿਲੇ ਸਮਿਆਂ ਵਿੱਚ ਟਾਈਮ ਦਾ ਪਤਾ ਲਾਇਆ ਜਾਂਦਾ ਸੀ। ਆਮ ਤੌਰ ਤੇ ਇਹਨਾਂ ਤਿੰਗੜ ਤਾਰਿਆਂ ਨੂੰ ਵੇਖ ਕੇ ਹੀ ਪੈਰ ਦੇ ਤੜਕੇ ਉੱਠ ਕੇ ਲੋਕ ਖੇਤਾਂ ਵਿੱਚ ਹਲ ਵਾਉਣ ਤੇ ਖੂਹ ਚਲਾਉਣ ਲਈ ਉੱਠਦੇ ਸਨ। ਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਘੜੀਆਂ ਤੇ ਘੰਟੇ ਟਾਈਮ ਪੀਸ ਅਜੇ ਨਹੀਂ ਪਹੁੰਚੇ ਸਨ। ਤਿੰਗੜ ਬਣਾਉਣ ਲਈ ਪਹਿਲਾਂ ਸਣ ਦੀ ਰੱਸੀ ਵੱਟੀ ਜਾਂਦੀ ਸੀ। ਵੱਟੀ ਰੱਸੀ ਦੇ ਲੱਛੇ ਬਣਾਏ ਜਾਂਦੇ ਸਨ। ਬਣੇ ਲੱਛਿਆਂ ਨੂੰ ਪਾਣੀ ਵਿੱਚ ਭਿਉਂ ਕੇ ਥਾਪੀ ਨਾਲ ਚੰਗੀ ਤਰ੍ਹਾਂ ਕੁੱਟ ਕੇ ਮੈਲ ਕੱਢੀ ਜਾਂਦੀ ਸੀ। ਥਾਪੀ ਨਾਲ ਰੱਸੀ ਨੂੰ ਕੁੱਟਣ ਨੂੰ ਰੱਸੀ ਚਿੱਪਣਾ ਕਹਿੰਦੇ ਸਨ। ਤਾਂ ਸਿੱਧਾ ਹੁਣ ਬਣ ਗਿਆ ਵੀ ਰੱਸੀ ਚਿੱਪਣਾ ਕੀ ਹੁੰਦਾ ਬਈ। ਇਹਦੇ ਚੋਂ ਸਵਾਲ ਪਤਾ ਕੀ ਬਣੇਗਾ? ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਬਣੇਗਾ ਵੀ ਰੱਸੀ ਚਿੱਪਣਾ ਕੀ ਹੁੰਦਾ। ਚਿੱਪੀ ਹੋਈ ਗਿੱਲੀ ਰੱਸੀ ਨੂੰ ਫੇਰ ਵੱਟ ਚਾੜਿਆ ਜਾਂਦਾ ਸੀ। ਵੱਟ ਚੜੀ ਰੱਸੀ ਨੂੰ ਕੱਪੜੇ ਨਾਲ ਸੂਤਾ ਫੇਰ ਕੇ ਪਾਣੀ ਕੱਢਿਆ ਜਾਂਦਾ ਸੀ। ਫੇਰ ਇਸ ਰੱਸੀ ਨੂੰ ਧੁੱਪੇ ਬੰਨ੍ਹ ਕੇ ਸੁਕਾਇਆ ਜਾਂਦਾ ਸੀ। ਤਾਂ ਸੁੱਕੀ ਹੋਈ ਰੱਸੀ ਨੂੰ 2 ਬੰਦੇ 2 ਸਿਰਿਆਂ ਤੋਂ ਫੜ ਕੇ ਵੱਟ ਚਾੜੀ ਜਾਂਦੇ ਸਨ। ਤੀਸਰਾ ਬੰਦਾ ਤਿੰਗੜ ਦੇ ਜਿੰਨੇ ਇੰਚ ਦੇ ਛੇਕਦਾਰ ਡੱਬੇ ਬਣਾਉਣੇ ਹੁੰਦੇ ਸਨ, ਉਹ ਬਣਾਈ ਜਾਂਦਾ ਸੀ। ਇਸ ਤਰ੍ਹਾਂ ਤਿੰਗੜ ਬਣਦਾ ਸੀ। ਫਿਰ ਚਾਰੇ ਕੋਨਿਆਂ ਤੇ 2-3 ਫੁੱਟ ਪਤਲੇ ਰੱਸੇ ਬੰਨੇ ਜਾਂਦੇ ਸਨ। ਆਹ ਦੇਖੋ ਰੱਸੇ ਬੰਨੇ ਹੋਏ ਨੇ, ਇਹ ਕਾਹਦੇ ਕੰਮ ਆਉਂਦੇ ਨੇ? ਵੀ ਐਦਾਂ ਤਿੰਗੜ ਨੂੰ ਐਦਾਂ ਕਰਕੇ ਪੂਰਾ ਬੰਨ ਲਿਆ ਜਾ ਸਕੇ। ਐਦਾਂ ਕਰਕੇ ਤਿੰਗੜ ਬੰਨਿਆ ਜਾ ਸਕਦਾ। ਇਹ ਤਿੰਗੜ ਐਦਾਂ ਇੱਥੋਂ ਕਿਨਾਰੀਆਂ ਤੋਂ ਫੜ ਕੇ ਐਦਾਂ ਇਕੱਠਾ ਕੀਤਾ ਜਾ ਸਕਦਾ, ਉਹਦੇ ਕੰਮ ਆਉਂਦਾ ਹੁੰਦਾ ਸੀਗਾ। ਤਾਂ ਕਈ ਵਾਰ ਤਿੰਗੜ 2 ਸਿਰਿਆਂ ਤੇ ਰੱਸੇ ਬੰਨੇ ਜਾਂਦੇ ਸਨ ਤੇ ਬਾਕੀ 2 ਸਿਰਿਆਂ ਨਾਲ ਲੱਕੜ ਦੀ ਇੱਕ 120 ਡਿਗਰੀ ਤੱਕ ਮੁੜੀ ਹੋਈ ਗੁੱਲੀ ਬੰਨੀ ਜਾਂਦੀ ਸੀ। ਕਈ ਤਿੰਗੜਾਂ ਨਾਲ ਲੱਕੜ ਦੀਆਂ ਰੀਲਾਂ ਬੰਨੀਆਂ ਹੁੰਦੀਆਂ ਸਨ। ਰੀਲਾਂ ਗੁੱਲੀਆਂ ਨੂੰ ਹੀ ਕਿਹਾ ਜਾਂਦਾ। ਇਹਨਾਂ ਲੱਕੜ ਦੀਆਂ ਰੀਲਾਂ ਜਾਂ ਗੁੱਲੀਆਂ ਨਾਲ ਪੱਠਿਆਂ ਨੂੰ ਤਿੰਗੜ ਵਿੱਚ ਬੰਨਣ ਦੀ ਸੌਖ ਹੁੰਦੀ ਸੀ ਤੇ ਖੋਲਣਾ ਵੀ ਸੌਖਾ ਹੁੰਦਾ ਸੀ। ਲਓ ਵੀ ਆਵਤ ਪਾਉਣੀ ਕੀ ਹੁੰਦੀ ਹੈ? ਆਵਤ ਪਾਉਣੀ ਬੜੀ ਸੋਹਣੀ ਗੱਲ ਆ, ਇੱਕ ਭਾਈਚਾਰੇ ਦੇ ਨਾਲ ਸੰਬੰਧਿਤ ਗੱਲ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪਹਿਲਾਂ ਸਾਰੀ ਦੀ ਸਾਰੀ ਹੱਥੀਂ ਕੀਤੀ ਜਾਂਦੀ ਸੀ। ਇਸ ਲਈ ਇੱਕ ਨਿਯਤ ਸਮੇਂ ਵਿੱਚ ਖੇਤਾਂ ਨੂੰ ਵਾਹ ਕੇ ਬੀਜਣਾ ਪੈਂਦਾ ਸੀ, ਜਿਸ ਕਰਕੇ ਨਿਯਤ ਸਮੇਂ ਅੰਦਰ ਮਨੁੱਖੀ ਬਲ ਤੇ ਪਸ਼ੂਆਂ ਬਲਦਾਂ ਦੀ ਜ਼ਿਆਦਾ ਲੋੜ ਹੁੰਦੀ ਸੀ। ਉਹਨਾਂ ਸਮਿਆਂ ਵਿੱਚ ਲੋਕਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ, ਭਾਈਚਾਰਾ ਸੀ। ਪਰ ਫਿਰ ਵੀ ਕਈ ਪਰਿਵਾਰ ਨਿਯਤ ਸਮੇਂ ਅੰਦਰ ਨਾ ਜ਼ਮੀਨ ਸਕਦੇ ਸਨ, ਨਾ ਬੀਜ ਸਕਦੇ ਸਨ, ਨਾ ਹੀ ਫਸਲ ਵੜ ਸਕਦੇ ਸਨ, ਨਾ ਹੀ ਫਸਲ ਕੱਢ ਸਕਦੇ ਸਨ, ਜਿਸ ਕਰਕੇ ਆਵਤ ਪਾਉਣ ਦਾ ਰਿਵਾਜ ਸ਼ੁਰੂ ਹੋਇਆ। ਹੁਣ ਤੁਹਾਨੂੰ ਇੱਕ ਦੱਸ ਦੇਣਾ ਵੀ ਨਿਯਤ ਕੀ ਹੁੰਦਾ। ਨਿਯਤ ਅੱਜ ਵੀ ਹੁੰਦੀ ਆ, ਭਾਵ ਕਿ ਇਸ ਸਮੇਂ ਤੋਂ ਪਹਿਲਾਂ ਨਾ ਤਾਂ ਫਸਲ ਬੀਜੀ ਜਾਊਗੀ, ਨਾ ਇਸ ਸਮੇਂ ਤੋਂ ਪਹਿਲਾਂ ਫਸਲ ਕੱਟੀ ਜਾਊਗੀ। ਗੱਲ ਸਮਝ ਆਈ? ਇਹ ਬਹੁਤ ਪੁਰਾਣੀ ਰੀਤ ਚੱਲਦੀ ਆ ਰਹੀ ਹੈ। ਤਾਂ ਇਹ ਕੀ ਕਹਿ ਰਹੇ ਨੇ ਵੀ ਕਈ ਪਰਿਵਾਰਾਂ ਕੋਲ ਜ਼ਮੀਨਾਂ ਬਹੁਤ ਜ਼ਿਆਦੀਆਂ ਹੁੰਦੀਆਂ ਸੀ। ਉਹ ਨਿਸ਼ਚਿਤ ਕੀਤੇ ਸਮੇਂ ਦੇ ਵਿੱਚ ਨਾ ਤਾਂ ਫਸਲ ਬੀਜ ਸਕਦੇ ਸੀ, ਨਾ ਵੱਢ ਸਕਦੇ ਸੀ, ਨਾ ਤਾਂ ਢੋ ਸਕਦੇ ਸੀ, ਨਾ ਤਾਂ ਸਾਂਭ ਸਕਦੇ ਸੀ। ਤਾਂ ਉਸ ਚੀਜ਼ ਚੋਂ ਬਾਹਰ ਨਿਕਲਣ ਵਾਸਤੇ ਕੀ ਪਾਇਆ ਹੋਇਆ? ਆਵਤ ਪਾਉਣੀ ਦਾ ਰਿਵਾਜ ਸ਼ੁਰੂ ਹੋਇਆ। ਇਹਦੇ ਵਿੱਚ ਕੀ ਹੁੰਦਾ ਵੀ ਲੋਕ ਇੱਕ ਦੂਜੇ ਨਾਲ ਰਲ ਕੇ ਉਹਨਾਂ ਦੀ ਸਹਾਇਤਾ ਕਰਦੇ ਹੁੰਦੇ ਸੀ। ਇਹਦੇ ਬਾਰੇ ਬੜੀਆਂ ਸੋਹਣੀਆਂ ਗੱਲਾਂ ਨੇ, ਆਪਾਂ ਅੱਗੇ ਪੜ੍ਹਦੇ ਹਾਂ। ਵੀ ਭਾਵ ਕਿ ਜਿਹੜਾ ਅਮੀਰ ਬੰਦਾ ਜਿਹਦੇ ਕੋਲ ਫਸਲ ਜ਼ਿਆਦੀ ਆ, ਖੇਤ ਜ਼ਿਆਦੇ ਨੇ, ਤਾਂ ਗਰੀਬ ਬੰਦਾ ਉਹਨਾਂ ਦੇ ਘਰ ਜਾਂਦਾ ਹੁੰਦਾ ਸੀ ਤਾਂ ਉਹਨਾਂ ਦੀ ਮਦਦ ਕਰਦਾ ਸੀ, ਪਰ ਉਹਨਾਂ ਦੀ ਪ੍ਰਾਹੁਣਾਚਾਰੀ ਕੀਤੀ ਜਾਂਦੀ ਸੀ। ਇਹ ਨਹੀਂ ਹੈ ਵੀ ਹਾਂ ਮੇਰੀ ਮਦਦ ਕਰਨ ਆ ਗਿਆ ਤਾਂ ਪੈਸੇ ਦੇ ਤੇ ਸਿਰੀ ਆ ਗਿਆ, ਨਾ, ਉਹਨੂੰ ਰਿਸ਼ਤੇਦਾਰ ਦੀ ਤਰ੍ਹਾਂ ਸਮਝਿਆ ਜਾਂਦਾ ਸੀ। ਤਾਂ ਆਵਤ ਦਾ ਸ਼ਬਦੀ ਅਰਥ ਹੈ ਆਉਣਾ, ਆਗਮਨ। ਇਸ ਲਈ ਜਦ ਕੋਈ ਪਰਿਵਾਰ ਆਪਣੇ ਭਾਈਚਾਰੇ ਵਿੱਚੋਂ, ਪਿੰਡ ਵਿੱਚੋਂ ਅਤੇ ਰਿਸ਼ਤੇਦਾਰੀ ਵਿੱਚੋਂ ਆਵਤ ਪਾਉਂਦਾ ਸੀ ਤਾਂ ਉਹਨਾਂ ਦਾ ਬਹੁਤ ਆਗਮਨ ਕੀਤਾ ਜਾਂਦਾ ਸੀ, ਸੇਵਾ ਕੀਤੀ ਜਾਂਦੀ ਸੀ। ਉਸ ਸਮੇਂ ਦੀ ਸੇਵਾ ਵਿੱਚ ਸ਼ੱਕਰ, ਘੀ, ਕੜਾਹ, ਖੀਰ, ਸੇਵੀਆਂ, ਦੁੱਧ, ਦਹੀਂ ਹੁੰਦੇ ਸਨ। ਮੈਂ ਆਪ ਆਪਣੇ ਨਾਨਕੇ ਜਾ ਕੇ ਆਪਣੇ ਮਾਮੇ ਦੇ ਮੁੰਡੇ ਨਾਲ
ਕੰਮ ਕਰਾਉਂਦਾ ਹੁੰਦਾ ਸੀ ਤਾਂ ਮੈਂ ਇਹੀ ਸਮਝੂੰਗਾ ਕਿ ਮੈਂ ਆਵਤ ਪਾਉਂਦਾ ਸੀ। ਮੇਰੇ ਮਾਮੇ ਦਾ ਮੁੰਡਾ ਇਕੱਲਾ ਸੀਗਾ ਤਾਂ ਉਹਦੇ ਨਾਲ ਮੈਂ ਜਦੋਂ ਮਦਦ ਕਰਾਉਂਦਾ ਸੀ ਤਾਂ ਸ਼ਾਇਦ ਇਹ ਆਵਤ ਪਾਉਣ ਦਾ ਹੀ ਇੱਕ ਰੂਪ ਹੋਏਗਾ। ਮੇਰਾ ਉਹਨਾਂ ਨੇ ਚੰਗਾ ਮਾਣ ਤਾਣ ਕਰਨਾ ਹੁੰਦਾ, ਚੰਗਾ ਖਾਣ ਨੂੰ ਦੇਣਾ, ਜਦੋਂ ਘਰ 15-20 ਦਿਨ ਬਾਅਦ ਵਾਪਸ ਆਉਣਾ ਤਾਂ ਮੈਨੂੰ ਜੇਬ ਦੇ ਵਿੱਚ ਪਿਆਰ ਪਾ ਕੇ ਵੀ ਭੇਜਣਾ, ਤਾਂ ਮੈਂ ਇਹ ਸਮਝਾਂਗਾ ਕਿ ਇਹ ਆਵਤ ਪਾਉਣ ਦੇ ਨਾਲ ਹੀ ਸੰਬੰਧਿਤ ਰੀਤ ਸੀ। ਮੈਂ ਵੀ ਇਹਦਾ ਹਿੱਸੇਦਾਰ ਬਣ ਚੁੱਕਿਆ, ਮੈਨੂੰ ਅੱਜ ਪਤਾ ਲੱਗਾ। ਆਮ ਤੌਰ ਤੇ ਜਿਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਜ਼ਿਆਦਾ ਹੁੰਦੀ ਸੀ ਉਹ ਪਰਿਵਾਰ ਹੀ ਕਈ ਵੇਲੇ ਸਿਰ ਵਾਹੀ ਕਰਨ, ਬੀਜਣ ਤੇ ਫਸਲ ਵੱਢਣ ਤੋਂ ਖੁੰਝ ਜਾਂਦੇ ਸਨ, ਉਹੀ ਆਵਤ ਪਾਉਂਦੇ ਸਨ। ਜਿਨ੍ਹਾਂ ਪਰਿਵਾਰਾਂ ਵਿੱਚ ਕੋਈ ਅਚਨਚੇਤ ਮੌਤ ਹੋ ਜਾਂਦੀ ਸੀ, ਬਲਦ ਦੀ ਮੌਤ ਹੋ ਜਾਂਦੀ ਸੀ, ਉਸ ਪਰਿਵਾਰ ਦੀ ਵੀ ਪਿੰਡ ਦੇ ਸਨੇਹੀ ਤੇ ਰਿਸ਼ਤੇਦਾਰ ਆਵਤ ਪਾ ਕੇ ਕੰਮ ਕਰਵਾਉਂਦੇ ਸਨ। ਆਵਤ ਨੂੰ ਸਹਿਕਾਰਤਾ ਦਾ ਮੁੱਢਲਾ ਰੂਪ ਕਿਹਾ ਜਾ ਸਕਦਾ ਹੈ। ਸਹਿਕਾਰਤਾ ਭਾਵ ਕਿ ਸਾਂਝੇ ਹੋ ਕੇ ਕੰਮ ਕਰਨਾ। ਉਹਨਾਂ ਸਮਿਆਂ ਵਿੱਚ ਫਸਲ ਨੂੰ ਫਲਿਆਂ ਨਾਲ ਗਾਹ ਕੇ ਦਾਣੇ ਕੱਢੇ ਜਾਂਦੇ ਸਨ, ਆਪਾਂ ਪੜ ਚੁੱਕੇ ਹਾਂ। ਥੋੜੀਆਂ ਜ਼ਮੀਨਾਂ ਵਾਲੇ ਪਰਿਵਾਰਾਂ ਕੋਲ ਕਈ ਵਾਰ ਇੱਕ ਬਲਦ ਜਾਂ ਇੱਕ ਬਲਦਾਂ ਦੀ ਜੋੜੀ ਹੁੰਦੀ ਸੀ, ਇਸ ਲਈ ਫਿਰ ਅਜਿਹੇ ਪਰਿਵਾਰ ਇੱਕ ਬਲਦ ਵਾਲੇ ਪਰਿਵਾਰ ਨਾਲ ਜਾਂ ਇੱਕ ਜੋੜੀ ਵਾਲੇ ਪਰਿਵਾਰ ਨਾਲ ਸਾਂਝ ਪਾ ਕੇ ਖੇਤੀ ਕਰਦੇ ਸਨ। ਪਹਿਲਾਂ ਇੱਕ ਪਰਿਵਾਰ ਦਾ ਖੇਤ ਵਾਇਆ ਬੀਜਿਆ ਜਾਂਦਾ ਸੀ, ਫਿਰ ਦੂਸਰੇ ਪਰਿਵਾਰ ਦਾ ਖੇਤ ਵਾਇਆ ਬੀਜਿਆ ਜਾਂਦਾ ਸੀ। ਇਸੇ ਤਰ੍ਹਾਂ ਪਹਿਲਾਂ ਇੱਕ ਪਰਿਵਾਰ ਦੀ ਵਾਢੀ ਤੇ ਦਾਣੇ ਕੱਢ ਲਏ ਜਾਂਦੇ ਸਨ, ਫਿਰ ਦੂਸਰੇ ਪਰਿਵਾਰ ਦੇ। ਇਹ ਵਤੀਰਾ ਪਿੰਡ ਵਿੱਚ ਆਮ ਹੁੰਦਾ ਸੀ। ਅਸਲ ਵਿੱਚ ਉਹਨਾਂ ਸਮਿਆਂ ਵਿੱਚ ਲੋਕਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਹੁੰਦਾ ਸੀਗਾ। ਉਹਨਾਂ ਸਮਿਆਂ ਵਿੱਚ ਖੇਤੀ ਬਾਰਿਸ਼ਾਂ ਤੇ ਨਿਰਭਰ ਹੋਣ ਕਰਕੇ ਲੋਕਾਂ ਕੋਲ ਵੇਲ ਵੀ ਬਹੁਤ ਹੁੰਦੀ ਸੀ। ਜ਼ਮੀਨਾਂ ਉੱਚੀਆਂ ਨੀਵੀਆਂ ਹੁੰਦੀਆਂ ਸਨ। ਟਿੱਬੇ ਤਾਂ ਉਹਨਾਂ ਸਮਿਆਂ ਵਿੱਚ ਹਰ ਪਿੰਡ ਵਿੱਚ ਹੁੰਦੇ ਸਨ। ਇਸ ਲਈ ਜਦ ਟਿੱਬਿਆਂ ਨੂੰ ਕਰਾ ਕੇ ਪੱਧਰਾ ਕਰਨਾ ਹੁੰਦਾ ਸੀ ਤਾਂ ਬੰਦਿਆਂ ਤੇ ਬਲਦਾਂ ਦੀਆਂ ਜੋੜੀਆਂ ਦੀ ਆਵਤ ਪਾਈ ਜਾਂਦੀ ਸੀ, ਭਾਵ ਕਿ ਹਿੱਸੇਦਾਰੀ ਪਾਈ ਜਾਂਦੀ ਸੀ। ਘਰਾਂ ਦੀਆਂ ਛੱਤਾਂ ਪਾਉਣ ਸਮੇਂ ਵੀ ਆਵਤ ਪਾਉਣ ਦਾ ਰਿਵਾਜ ਹੁੰਦਾ ਸੀ। ਆਵਤ ਵਿੱਚ ਆਮ ਤੌਰ ਤੇ ਚੰਗੇ ਕਾਮੇ ਤੇ ਜਵਾਨ ਜਾਂਦੇ ਸਨ। ਆਵਤ ਦੇ ਵਿੱਚ ਸਲੱਗ ਬੰਦੇ ਨਹੀਂ ਸੀ ਜਾਂਦੇ ਜਿਨ੍ਹਾਂ ਤੋਂ ਕੋਈ ਦਾਬੜਾ ਵੀ ਨਾ ਚੁੱਕਿਆ ਜਾਏ। ਉਹਦੇ ਵਿੱਚ ਨੌਜਵਾਨ ਬੰਦੇ ਜਾਂਦੇ ਸੀ ਜਿਨ੍ਹਾਂ ਤੋਂ ਕੰਮ ਹੁੰਦਾ ਸੀ। ਕਈ ਵਾਰ ਆਵਤ ਗਏ ਬੰਦੇ ਸ਼ਰਤਾਂ ਲਾ ਕੇ ਬਿੱਧ ਕੇ ਕੰਮ ਕਰਦੇ ਹੁੰਦੇ ਸਨ। ਜਦ ਲਾਊਡ ਸਪੀਕਰਾਂ ਦੀ ਇਜਾਦ ਹੋਈ ਤਾਂ ਕਈ ਵਾਰ ਆਵਤ ਵਿੱਚ ਆਏ ਬੰਦਿਆਂ ਨੂੰ ਖੁਸ਼ ਕਰਨ ਲਈ ਤੇ ਛੇਤੀ ਕੰਮ ਕਰਾਉਣ ਤੇ ਉਕਸਾਉਣ ਲਈ ਵਾਢੀ ਦੇ ਸਮੇਂ ਖੇਤ ਵਿੱਚ ਲਾਊਡ ਸਪੀਕਰ ਵੀ ਲਾਏ ਜਾਂਦੇ ਸਨ, ਜਿਨ੍ਹਾਂ ਉੱਪਰ ਆਮ ਤੌਰ ਤੇ ਕਲੀਆਂ ਦੇ ਰਿਕਾਰਡ ਲਾਏ ਜਾਂਦੇ ਸਨ। ਜਿਵੇਂ ਟਰੈਕਟਰਾਂ ਤੇ ਅੱਜ ਕੱਲ ਵੱਡੇ ਸਪੀਕਰ ਲੱਗ ਗਏ ਆ, ਭਾਵ ਕਿ ਜਦੋਂ ਗਾਣੇ ਚੱਲਦੇ ਆ, ਜਿਹੜਾ ਉੱਤੇ ਟਰੈਕਟਰ ਤੇ ਚਾਲਕ ਬੈਠਾ ਹੋਇਆ, ਡਰਾਈਵਰ ਬੈਠਾ ਹੋਇਆ, ਕਿਸਾਨ ਬੈਠਾ ਹੋਇਆ, ਉਹਨੂੰ ਚੰਗਾ ਲੱਗਦਾ, ਉਹ ਥੱਕਦਾ ਨਹੀਂ ਹੈ, ਧਿਆਨ ਉਹਦਾ ਗਾਣਿਆਂ 'ਚ ਹੁੰਦਾ, ਨਾਲੇ ਵਾਈ ਦੇ ਵਿੱਚ ਹੁੰਦਾ। ਤਾਂ ਉਹੀ ਚੀਜ਼ ਇੱਥੋਂ ਸ਼ੁਰੂ ਹੋਈ ਆ, ਸਪੀਕਰਾਂ ਤੋਂ ਸ਼ੁਰੂ ਹੋ ਕੇ ਅੱਜ ਟਰੈਕਟਰਾਂ ਤੱਕ ਪਹੁੰਚ ਚੁੱਕੀ ਆ। ਆਪਾਂ ਸਾਰੇ ਗੱਲਾਂ ਜਾਣਦੇ ਹਾਂ। ਕਈ ਪਰਿਵਾਰ ਆਪਣੀ ਵਧੀਆ ਹੋਈ ਫਸਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵਿਖਾਉਣ ਲਈ ਅਤੇ ਰਿਸ਼ਤੇਦਾਰਾਂ ਵਿੱਚ ਆਪਣੀ ਟੌਰ ਬਣਾਉਣ ਲਈ ਵੀ ਆਵਤ ਬੁਲਾਉਂਦੇ ਹੁੰਦੇ ਸਨ। ਤਾਂ ਦਾਵਤ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਆਵਤ ਨੂੰ ਜੇ ਆਪਾਂ ਦਾਵਤ ਵੀ ਕਹਿ ਲਈਏ ਤਾਂ ਇੱਥੇ ਹੁਣ ਗਲਤ ਨਹੀਂ ਹੋਏਗਾ। ਤਾਂ ਜਦੋਂ ਰਿਸ਼ਤੇਦਾਰਾਂ ਨੂੰ ਘਰ ਸੱਦਿਆ ਹੋਇਆ ਵੀ ਵੇਖੋ ਸਾਡੀ ਕਿੰਨੀ ਫਸਲ ਨਿਕਲੀ, ਤਾਂ ਉਹਨੂੰ ਆਪਾਂ ਦਾਵਤ ਕਹਿ ਸਕਦੇ ਹਾਂ, ਆਵਤ ਵੀ ਕਹਿ ਸਕਦੇ ਹਾਂ। ਆਵਤ ਵਿੱਚ ਆਉਣ ਤੇ ਜਾਣ ਵਾਲੇ ਬੰਦਿਆਂ ਦੀ ਗਿਣਤੀ ਕੰਮਾਂ ਦੇ ਅਨੁਸਾਰ ਹੀ ਹੁੰਦੀ ਸੀ। ਆਮ ਤੌਰ ਤੇ ਵੱਧ ਤੋਂ ਵੱਧ 20 ਬੰਦਿਆਂ ਤੱਕ ਹੀ ਆਵਤ ਹੁੰਦੀ ਸੀ। ਹੁਣ ਕੋਈ ਵੀ ਹੱਥੀਂ ਖੇਤੀ ਨਹੀਂ ਕਰਦਾ, ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਪੰਜਾਬ ਦੀ ਬਹੁਤੀ ਖੇਤੀ ਦਾ ਭਈਆਂ ਤੇ ਨਿਰਭਰ ਹੈ। ਫਸਲਾਂ ਦੀ ਕਟਾਈ ਤੇ ਕਢਾਈ ਲਈ ਪਿੰਡ ਕੰਬਾਈਨਾਂ ਹੋ ਚੁੱਕੀਆਂ ਨੇ। ਹੁਣ ਪਿੰਡ ਵਿੱਚ ਨਾ ਕਿਸੇ ਦੇ ਆਵਤ ਆਉਂਦੀ ਹੈ ਅਤੇ ਨਾ ਹੀ ਕਿਸੇ ਪਿੰਡ ਜਾਂਦੀ ਹੈ। ਆਵਤ ਆਉਂਦੀ ਵੀ ਹੈ ਤੇ ਆਵਤ ਜਾਂਦੀ ਵੀ ਹੈ, ਭਾਵ ਕਿ ਮੇਰੀ ਸਹਾਇਤਾ ਲਈ ਕੋਈ ਆ ਵੀ ਸਕਦਾ, ਮੈਂ ਕਿਸੇ ਦੀ ਸਹਾਇਤਾ ਲਈ ਜਾ ਵੀ ਸਕਦਾ। ਜੇ ਕੋਈ ਮੇਰੇ ਕੋਲ ਆਇਆ ਤਾਂ ਆਵਤ ਆਉਣਾ ਹੋ ਗਿਆ, ਜੇ ਮੈਂ ਕਿਸੇ ਕੋਲ ਗਿਆ ਤਾਂ ਆਵਤ ਜਾਣਾ ਹੋ ਗਿਆ। ਸਾਡੀ ਇਹ ਭਾਈਚਾਰਕ ਸਾਂਝ ਹੁਣ ਬਿਲਕੁਲ ਖਤਮ ਹੋ ਗਈ ਹੈ। ਅੱਜ ਵਿਅਕਤੀਵਾਦ ਦਾ ਯੁੱਗ। ਕਲੀਅਰ ਹੁੰਦੀ ਗੱਲ? ਤਾਂ ਵਿਅਕਤੀਵਾਦ ਭਾਵ ਕਿ ਸਵੈ ਨਿਰਭਰਤਾ ਦੀ ਗੱਲ ਆ ਚੁੱਕੀ ਆ ਵੀ ਮੈਂ ਫਲਾਣੇ ਬੰਦੇ ਨੂੰ ਕਿਉਂ ਆਪਣੇ ਨਾਲ ਰਲਾਵਾਂ, ਮੈਂ ਉਹਦੀ ਮਦਦ ਕਿਉਂ ਲਵਾਂ। ਤਾਂ ਅਸੀਂ ਆਪਣੇ ਆਪ ਨੂੰ ਮਾੜਾ ਸਮਝਣ ਲੱਗ ਜਾਂਦੇ ਆ। ਫਿਰ ਜੇ ਸਾਡੀ ਕੋਈ ਮਦਦ ਕਰਦੇ ਤਾਂ ਉਹ ਸੁਣਾਈ ਜਾਂਦਾ, ਜੇ ਅਸੀਂ ਕਿਸੇ ਦੀ ਮਦਦ ਲੈ ਲਈ ਤਾਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਜਾਂਦੇ ਆ। ਇਹ ਸਾਡੀਆਂ ਹੁਣ ਮਾਨਸਿਕ ਪੀੜਾਵਾਂ ਬਣ ਚੁੱਕੀਆਂ ਨੇ, ਇਹਨਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ। ਪਰ ਪਹਿਲਾਂ ਆਵਤ ਤੋਂ ਬਿਨਾ ਕੋਈ ਵੀ ਕੰਮ ਨੇਪਰੇ ਨਹੀਂ ਸੀ ਚੜਦਾ ਹੁੰਦਾ। ਪਿੰਡ ਇਹਨਾਂ ਦੀ ਲੋੜ ਹੁੰਦੀ ਸੀ, ਬੰਦਿਆਂ ਦੀ ਲੋੜ ਹੁੰਦੀ ਸੀ। ਗਰੀਬਾਂ ਨੂੰ ਵੀ ਕੰਮ ਮਿਲ ਜਾਂਦਾ ਸੀ, ਅਮੀਰਾਂ ਦਾ ਕੰਮ ਛੇਤੀ ਹੋ ਜਾਂਦਾ ਸੀ। ਤਾਂ ਇਹ ਗੱਲਾਂ ਅੱਜ ਵੀ ਹੈਗੀਆਂ ਨੇ। ਅੱਜ ਤਾਂ ਮਸ਼ੀਨੀਕਰਨ ਨੇ ਸਾਰਾ ਕੁਝ ਸਾਂਭ ਹੀ ਲਿਆ, ਸਾਡੀ ਲੇਬਰ ਨੇ ਬੜਾ ਕੁਝ ਸਾਂਭਿਆ ਹੋਇਆ। ਤਾਂ ਕੋਈ ਵੀ ਸੁਝਾਅ ਹੋਇਆ, ਕੋਈ ਵੀ ਸ਼ਿਕਾਇਤ ਹੋਈ, ਕਮੈਂਟ ਬਾਕਸ ਤੁਹਾਡੇ ਲਈ ਖਾਲੀ ਆ, ਮੈਨੂੰ ਦੱਸਣਾ। ਪਰ ਗੱਲਾਂ ਇਹ ਬੜੀਆਂ ਸੋਹਣੀਆਂ ਚੱਲ ਰਹੀਆਂ ਨੇ, ਬੜੇ ਬੱਚਿਆਂ ਦੇ ਚੰਗੇ ਕਮੈਂਟ ਆਉਂਦੇ ਨੇ, ਮੈਨੂੰ ਪਤਾ ਲੱਗਦਾ ਵੀ ਉਹਨਾਂ ਦੇ ਅੰਦਰ ਬੜੀ ਜਾਣਕਾਰੀ ਜਾ ਰਹੀ ਆ। ਸਾਡੇ ਕੋਲ ਪੰਜਾਬ ਬਾਰੇ ਬਹੁਤ ਜਾਣਕਾਰੀ ਹੁੰਦੀ ਜਾ ਰਹੀ ਹੈ। ਤਾਂ ਆਵਤ ਪਾਉਣੀ ਬੜੀ ਚੰਗੀ ਗੱਲ ਸੀ।
ਭਾਈਚਾਰਕ ਸਾਂਝ ਦੇ ਨਾਲ ਸੰਬੰਧਿਤ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਦੋਂ ਵੀ ਸੋਹਣੀਆਂ ਗਹਿਰਾਈ ਦੇ ਨਾਲ ਗੱਲਾਂ ਵੇਖਣ ਨੂੰ ਮਿਲਣੀਆਂ ਨੇ। ਬੜਾ ਸੋਹਣਾ ਸਾਰਾ ਬਣਾਇਆ ਹੋਇਆ, ਹੌਲੀ ਹੌਲੀ ਤੁਹਾਡੇ ਸਾਹਮਣੇ ਆਈ ਜਾਣਗੀਆਂ ਗੱਲਾਂ। ਸੋ ਇਹਨਾਂ ਹੀ ਗੱਲਾਂ ਦੇ ਨਾਲ ਰੁਖਸਤ ਹੁੰਦਾ ਹਾਂ। ਖੁਦਾ ਹਾਫਿਜ਼, ਰੱਬ ਰਾਖਾ। ਮਿਲਦੇ ਹਾਂ ਅਗਲੇ ਵਿਰਸੇ ਦੇ ਵਿੱਚ।